ਤਾਂ ਕਿ ਸਾਡੇ ਇਹ ਜੀਵਨ ਜਿਹੜਾ ਹੈ ਇਹ ਸੁਹੇਲਾ ਹੋ ਸਕੇ। ਇਹ ਸੱਚਾਈ ਹੈ ਜੀ ਕਿ ਕਹਾਵਤ ਹੈ ਨਾ ਜੀ, ਘਰ ਦਾ ਜੋਗੀ, ਬੋਲੋ ਜੀ ਸਾਰੇ, ਘਰ ਦਾ ਜੋਗੀ ਬਾਹਰ ਦਾ ਜੋਗੀ ਸੇ। ਇਹ ਵੀ ਸੱਚਾਈ, ਇਹ ਵੀ ਬੜਾ ਫਰਕ ਪੈਂਦਾ ਹੈ। ਤੁਸੀਂ ਕੱਲ੍ਹ ਨੂੰ ਕੋਈ ਬਾਹਰੋਂ ਜਦੋਂ ਕਥਾਵਾਚਕ ਆਏਗਾ ਉਹ ਗੱਲ ਕਰੇਗਾ ਤੇ ਕੁਦਰਤੀ ਹੈ ਪੰਡਾਲ ਭਰ ਜਾਣਾ ਆ। ਇਹ ਵੀ ਫਰਕ ਪੈਂਦਾ ਆ। ਸੋ ਗੁਰੂ ਮਾਲਕ ਕਿਰਪਾ ਕਰਨ, ਜਿੰਨੇ ਕਿ ਆਪਾਂ ਬੈਠੇ ਹਾਂ ਜੀ, ਉਨੀ ਕੁ ਆਪਾਂ ਸਤਿਗੁਰ ਕਿਰਪਾ ਕਰਨ, ਸਾਡੇ 'ਤੇ ਮਿਹਰ ਭਰਿਆ ਹੱਥ ਧਰਨ। ਸੋ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰੀਏ ਜੀ। ਪਿਆਰ ਅਤੇ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਬਾਰੇ ਸਿਰਫ ਆਪਾਂ ਢਾਂਚੇ ਦੀ ਗੱਲ ਕਰ ਰਹੇ ਹਾਂ ਜੀ। ਮੈਂ ਰੂਹਾਨੀਅਤ ਗੱਲ ਨਹੀਂ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਜੋ ਬਾਹਰਲਾ ਢਾਂਚਾ ਹੈ, ਸਿਰਫ ਮੋਟਾ ਮੋਟਾ ਆਪਾਂ ਉਹਦੀ ਹੀ ਵਿਚਾਰ ਕਰ ਰਹੇ ਹਾਂ। ਕੱਲ੍ਹ ਵੀ ਬਹੁਤ ਬਾਤਾਂ ਸਤਿਗੁਰ ਦੇ ਘਰ ਦੀਆਂ ਹੋਈਆਂ। ਸੋ ਕੱਲ੍ਹ ਦਾ ਜਿਹੜਾ ਆਪਣਾ ਵਿਸ਼ਾ ਹੋਏਗਾ ਉਹਦੇ 'ਚ ਆਪਾਂ ਗੱਲਾਂ ਕਰਨੀਆਂ ਕਿ ਗੁਰੂ ਮਾਲਕ ਨੇ ਸਾਡੀ ਝੋਲੀ 'ਚ ਕੀ ਕੀ ਉਪਦੇਸ਼ ਪਾਏ ਨੇ। ਕੱਲ੍ਹ ਉਹ ਉਪਦੇਸ਼ ਦੀ ਗੱਲ ਕਰਨੀ ਆ ਆਪਾਂ ਕਿ ਬੇਅੰਤ ਉਪਦੇਸ਼ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਨੇ ਸਾਡੀ ਝੋਲੀ 'ਚ ਪਾਏ ਨੇ। ਪਰ ਅਫਸੋਸ ਹੈ ਕਿ ਵਿਰਲਿਆਂ ਨੂੰ ਛੱਡ ਕੇ ਬਹੁਤਿਆਂ ਨੇ ਮੱਥਾ ਤਾਂ ਟੇਕਿਆ ਆ, ਪਰ ਸਤਿਗੁਰ ਦੇ ਉਪਦੇਸ਼ਾਂ ਨੂੰ ਨਹੀਂ ਮੰਨਿਆ ਜੀ। ਆਰੰਭਤਾ 'ਚ ਥੋੜ੍ਹੀ ਜਿਹੀ ਗੱਲ ਕਰਦਾ, ਫਿਰ ਮੈਂ ਤੁਰਦਾ ਹਾਂ। ਗੁਰੂ ਗ੍ਰੰਥ ਸਾਹਿਬ ਮਾਲਕ ਜੀ ਹੋਰ ਗ੍ਰੰਥਾਂ ਦੇ ਨਾਲੋਂ ਵੱਖਰੇ ਨੇ। ਆਪਾਂ ਆਰੰਭਤਾ 'ਚ ਵੀ ਇਹ ਗੱਲ ਕੀਤੀ ਹੈ ਜੀ। ਗੁਰੂ ਗ੍ਰੰਥ ਸਾਹਿਬ ਮਾਲਕ ਜੀ ਨੂੰ ਪੂਜਣਾ ਨਹੀਂ ਸੀਗਾ, ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਗੱਲ ਨੂੰ ਕੀ ਕਰਨਾ ਸੀਗਾ ਜੀ, ਮੰਨਣਾ ਸੀਗਾ। ਜਿਵੇਂ ਉਹਨਾਂ ਨੇ ਮੂਰਤੀਆਂ ਦੀ ਪੂਜਾ ਕੀਤੀ, ਮਾਫ ਕਰੋ, ਅਸੀਂ ਵੀ ਗੁਰੂ ਗ੍ਰੰਥ ਸਾਹਿਬ ਮਾਲਕ ਦੀ ਇਸੇ ਤਰ੍ਹਾਂ ਪੂਜਾ ਕਰਨੀ ਸ਼ੁਰੂ ਕਰਤੀ ਹੈ। ਬਹੁਤ ਥਾਵਾਂ 'ਤੇ ਤੁਸੀਂ ਦੇਖਿਓ ਮੰਦਰਾਂ ਦੇ ਅੰਦਰ ਦਾਲਾਂ ਚੜ੍ਹਦੀਆਂ। ਹੁਣ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮੂਹਰੇ ਵੀ ਬੋਲੋ ਜੀ ਦਾਲਾਂ ਚੜ੍ਹਦੀਆਂ। ਸ਼ਨੀਵਾਰ ਨੂੰ ਛੋਲੇ ਚੜ੍ਹਦੇ ਆ, ਲੱਡੂਆਂ ਦੇ ਡੱਬੇ ਚੜ੍ਹਦੇ ਆ, ਉੱਥੇ ਹੀ ਗੇਮ ਘੁੰਮ ਰਹੀ ਆ। ਸੁਣਿਓ ਧਿਆਨ ਦੇ ਨਾਲ, ਫਿਰ ਤੁਰਦੇ ਹਾਂ ਆਪਾਂ ਅੱਗੇ। ਬਹੁਤ ਥਾਵਾਂ ਤੁਸੀਂ ਹੁਸ਼ਿਆਰਪੁਰ ਏਰੀਆ ਚਲੇ ਜਾਇਓ ਜੀ, ਉੱਧਰ ਗੁਰੂ ਗ੍ਰੰਥ ਸਾਹਿਬ ਮਾਲਕ ਨੂੰ ਉਹਨਾਂ ਨੇ ਖੇਡ ਬਣਾਇਆ। ਮੈਂ ਸ਼ਬਦ ਵਰਤ ਲਵਾਂ, ਖੇਡ। ਕੀ ਬਣਾਇਆ ਜੀ ਉਹਨਾਂ ਨੇ? ਗੁਰੂ ਗ੍ਰੰਥ ਸਾਹਿਬ ਮਾਲਕ ਜੀ ਮੂਹਰੇ ਢੇਰ ਲਾਏ ਹੋਏ ਨੇ ਜਹਾਜ਼ਾਂ ਦੇ। ਕਹਿੰਦੇ ਇੱਥੇ ਜਹਾਜ਼ ਚੜ੍ਹਾ ਦਿਓ ਅਤੇ ਤੁਹਾਡਾ ਵੀਜ਼ਾ ਲੱਗ ਜਾਏਗਾ। ਹਾਸੋ ਹੀਣੀਆਂ ਗੱਲਾਂ। ਕਿੱਥੇ ਅਸੀਂ ਖੜ੍ਹੇ ਹਾਂ? ਉਹ ਗੁਰੂ ਗ੍ਰੰਥ ਸਾਹਿਬ ਮਾਲਕ ਨੂੰ ਖੇਡ ਬਣਾ ਕੇ ਰੱਖ ਦਿੱਤਾ। ਅਸਲ 'ਚ ਕੀ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਇੱਕ ਜੀਵਨ ਜੁਗਤ ਦੇਣ ਵਾਲੇ ਗੁਰੂ ਸਨ। ਸਾਨੂੰ ਉਹਨਾਂ ਦੇ ਜੀਣ ਦਾ ਤਰੀਕਾ ਸਿਖਾਉਣਾ ਸੀਗਾ, ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਨੂੰ ਪੂਜਣਾ ਸ਼ੁਰੂ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਮਾਲਕ ਦੀ ਵਿਚਾਰਧਾਰਾ ਤੋਂ ਬਹੁਤ ਦੂਰ ਹੋ ਗਏ ਹਾਂ। ਮੈਂ ਕਿਹਾ ਸੀ ਨਾ ਕਿ ਸਵਾਲ ਦੇ ਆਪਾਂ ਨੇ ਜਵਾਬ ਦੇਣੇ ਆ ਜੀ। ਇੱਕ ਸਵਾਲ ਸੀਗਾ ਜੀ ਕਿ ਇੱਕ ਸਾਡੀ ਸੰਸਥਾ ਵਾ, ਮੈਂ ਕਹਿ ਦੇਵਾਂ ਕਿ ਜਿੰਨਾ ਬਾਬਾ ਗਿਰੀ ਹੈ ਜੀ, ਜਿੰਨੇ ਬਾਬੇ ਲੋਕ ਨੇ, ਇਹਨਾਂ ਦੀ ਇੱਕ ਵਿਚਾਰ ਹੈ ਕਿ ਜਿੱਦਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਲਿਖੀ ਹੋਈ ਹੈ ਨਾ ਜੀ, ਤੁਸੀਂ ਉੱਦਾਂ ਹੀ ਪੜ੍ਹੋ। ਕੀ ਕਹਿੰਦੇ ਆ ਜੀ ਬਾਬੇ ਲੋਕ? ਜਿੱਦਾਂ ਬਾਣੀ ਲਿਖੀ ਹੋਈ ਹੈ ਉੱਦਾਂ ਹੀ ਪੜ੍ਹੋ ਜੀ। ਇੱਦਾਂ ਵੀ ਸਾਡੇ ਕਹਿ ਲਵਾਂ ਪ੍ਰਚਾਰਕਾਂ ਨੇ ਜਾਂ ਬਾਬੇ ਲੋਕਾਂ ਨੇ ਸਟੇਜ 'ਤੇ ਬਹਿ ਕੇ ਇਹ ਗੱਲਾਂ ਕਰੀਆਂ ਕਿ ਭਾਈ ਸਿਆਰੀ ਬਿਆਰੀ ਔਂਕੜ ਦੁਲੈਂਕੜ ਜਿਹੜੀ ਹੈ ਤੁਸੀਂ ਰੌਲਾ ਪਾਉਂਦੇ ਹੋ, ਇਹਦਾ ਕੋਈ ਮਤਲਬ ਨਹੀਂ ਹੈ। ਜਿੱਦਾਂ ਬਾਣੀ ਲਿਖੀ ਹੈ ਤੁਸੀਂ ਉੱਦਾਂ ਹੀ ਬਾਣੀ ਨੂੰ ਪੜ੍ਹਨਾ ਸ਼ੁਰੂ ਕਰ ਦਿਓ, ਹੋਰ ਤੁਸੀਂ ਕੁਝ ਵੀ ਨਹੀਂ ਕਰਨਾ। ਬੜੇ ਭੋਲੇ ਭਾਲੇ ਲੋਕਾਂ ਨੇ ਇੱਦਾਂ ਹੀ ਸ਼ੁਰੂ ਕਰਤਾ, ਜਿੱਦਾਂ ਬਾਣੀ ਲਿਖੀ ਹੈ ਜੀ ਉੱਦਾਂ ਹੀ ਪੜ੍ਹਨੀ ਸ਼ੁਰੂ ਕਰ ਦਿੱਤੀ। ਉਹਦਾ ਕਾਰਨ ਇਹ ਸੀਗਾ, ਉਹ ਤੁਹਾਨੂੰ ਮੈਂ ਦੱਸਦਾ ਕੀ ਕਾਰਨ ਸੀਗਾ। ਹੁਣ ਦੇਖਣਾ ਜੀ ਆਪਾਂ ਕਿੱਥੇ ਖੜ੍ਹੇ ਹਾਂ, ਅਸੀਂ ਕੀ ਕਰ ਰਹੇ ਹਾਂ, ਕਿੰਨੇ ਕਿੰਨੇ ਸਾਲਾਂ ਤੋਂ ਬਾਣੀ ਪੜ੍ਹ ਰਹੇ ਹਾਂ ਅਤੇ ਅਸੀਂ ਵਿਚਾਰ ਕੀ ਕਰ ਰਹੇ ਹਾਂ, ਸਮਝ ਕੀ ਰਹੇ ਹਾਂ। ਹੁਣ ਸੁਣਿਓ ਜੀ, ਜਿਹੜੇ ਲੋਕ ਇੱਦਾਂ ਕਹਿੰਦੇ ਆ ਕਿ ਜਿੱਦਾਂ ਬਾਣੀ ਲਿਖੀ ਆ ਉੱਦਾਂ ਹੀ ਪੜ੍ਹੋ, ਕਿ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦਾ ਉਹ ਪਹਿਲਾ ਅੱਖਰ ਪੜ੍ਹ ਸਕਦੇ ਹਾਂ ਜੀ। ਜਦੋਂ ਆਪਾਂ 35 ਅੱਖਰੀ ਸ਼ੁਰੂ ਕਰਦੇ ਹਾਂ, ਊੜਾ ਐੜਾ ਈੜੀ ਸੱਸਾ ਆਹਾ ਕੱਕਾ ਸਾਰਾ ਆਪਾਂ ਪੜ੍ਹਦੇ ਹਾਂ ਨਾ 35 ਅੱਖਰੀ। ਹੁਣ ਜਦੋਂ ਉਹ ਕਹਿਣਗੇ ਜਿੱਦਾਂ ਲਿਖੀ ਆ ਉੱਦਾਂ ਪੜ੍ਹੋ, ਫਿਰ ਉਹ ਪਹਿਲਾ ਸ਼ਬਦ ਆਪਾਂ ਪੜ੍ਹਦੇ ਆ ਇੱਕ ਓਂਕਾਰ, ਆਪਾਂ ਹੀ ਕਹਿੰਦੇ ਆ ਜੀ। ਫਿਰ ਉਹ ਕੀ ਕਹਿਣਗੇ? ਇੱਕ ਊੜਾ, ਜਿੱਦਾਂ ਲਿਖਿਆ ਉੱਦਾਂ ਪੜ੍ਹੋ। ਓਂਕਾਰ ਤਾਂ ਉੱਥੇ ਕਿੱਥੇ ਲਿਖਿਆ ਨਹੀਂ ਹੋਇਆ।
ਪਰ ਉਹ ਬਾਬੇ ਪੜ੍ਹਦੇ ਆ ਜੀ। ਅੱਗੇ ਕਹਿੰਦੇ ਸਤਨਾਮ, ਆਪਾਂ ਵੀ ਸਤਨਾਮ ਕਹਿੰਦੇ ਆ, ਵੀ ਜਿੱਦਾਂ ਲਿਖਿਆ ਹੋਇਆ ਤੁਸੀਂ ਉੱਦਾਂ ਪੜ੍ਹੋ। ਉੱਥੇ ਸਤਨਾਮੂ ਲਿਖਿਆ ਹੋਇਆ ਜੇ ਆਪਾਂ ਪੜ੍ਹਾਂਗੇ। ਮੰਮੇ ਨੂੰ ਕੀ ਆ ਜੀ ਉੱਥੇ, ਬੋਲੋ ਜੀ, ਔਂਕੜ। ਸਤਨਾਮ ਕਰਤਾ ਪੁਰਖ, ਉੱਥੇ ਪੁਰਖ ਨੂੰ ਵੀ ਔਂਕੜ ਲੱਗੀ ਹੋਈ ਹੈ। ਫਿਰ ਕੀ ਪੜ੍ਹੋਗੇ ਜੀ ਆਪਾਂ, ਜਿੱਦਾਂ ਲਿਖਿਆ ਉੱਦਾਂ ਪੜ੍ਹਨਾ। ਉੱਥੇ ਪੁਰਖੂ ਪੜ੍ਹਾਂਗੇ ਜੀ, ਨਿਰਭਉ ਪੜ੍ਹਾਂਗੇ, ਨਿਰਵੈਰੂ ਪੜ੍ਹਾਂਗੇ, ਕਿਉਂਕਿ ਉੱਥੇ ਔਂਕੜ ਲੱਗੇ ਹੋਏ ਆ। ਹੁਣ ਉਹ ਬਾਬੇ ਕਹਿੰਦੇ ਜਿੱਦਾਂ ਲਿਖਿਆ ਤੁਸੀਂ ਉੱਦਾਂ ਪੜ੍ਹੋ। ਪਹਿਲੀ ਪੰਕਤੀ ਪੜ੍ਹੋ ਜਪਜੀ ਸਾਹਿਬ ਜੀ ਦੀ, ਸੋਚੈ ਸੋਚ ਨਾ, ਬੋਲੋ ਜੀ। ਹੁਣ ਜੇ ਉੱਥੇ ਜਿੱਦਾਂ ਲਿਖਿਆ ਉੱਦਾਂ ਪੜ੍ਹਨਾ ਆ, ਫਿਰ ਉੱਥੇ ਆਪਾਂ ਪੜ੍ਹਾਂਗੇ ਸੋਚੈ ਸੋਚ ਨੰਨਾ ਨਾ ਹੋਵੇ, ਕਿਉਂਕਿ ਉੱਥੇ ਨੰਨਾ ਲਿਖਿਆ ਹੋਇਆ। ਤੁਹਾਨੂੰ ਕਿਹਨੇ ਕਿਹਾ ਕਿ ਇੱਥੇ ਨਾ ਪੜ੍ਹਨਾ ਭਾਈ? ਮਤਲਬ ਕਹਿਣ ਦਾ ਭਾਵ ਤੁਹਾਨੂੰ ਭੁਲੇਖੇ 'ਚ ਪਾਇਆ ਗਿਆ, ਭਟਕਾਇਆ ਗਿਆ ਕਿ ਇਹ ਬਾਣੀ ਦੇ ਅਰਥ ਨਾ ਕਰਨ। ਹੁਣ ਥੋੜ੍ਹੀ ਜਿਹੀ ਗੱਲ ਸੁਣਿਓ ਜੀ। ਇੱਕ ਨਾ ਗੁਰਬਾਣੀ ਦੇ ਵਿੱਚ ਆਪਾਂ ਕਹਿ ਲਵਾਂ, ਇੱਕ ਮੈਂ ਛੋਟੀ ਗੱਲ ਕਰੂੰਗਾ ਕਿਉਂਕਿ ਗੱਲਾਂ ਸਾਡੇ ਉੱਪਰੋਂ ਨਿਕਲ ਜਾਂਦੀਆਂ। ਥੋੜ੍ਹੀ ਜਿਹੀ ਵਿਚਾਰ ਕਰਨੀ ਹੈ ਇਸ ਵਿਸ਼ੇ 'ਤੇ ਕਿ ਗੁਰਬਾਣੀ ਦੇ ਵਿੱਚ ਜਿਹੜੀਆਂ ਸਿਹਾਰੀਆਂ ਵਿਹਾਰੀਆਂ ਜਾਂ ਔਂਕੜ ਦੁਲੈਂਕੜ ਹੈ, ਇਹਨਾਂ ਦਾ ਬਹੁਤ ਵੱਡਾ ਮਹੱਤਵ ਹੈ। ਇਹਨੂੰ ਅੰਜਾਈ ਨਾ ਸਮਝੋ ਜੀ। ਸੁਣਿਓ ਛੋਟੀ ਜਿਹੀ ਗੱਲ ਜੀ। ਇੱਕ ਸ਼ਬਦ ਆਉਂਦਾ ਜੀ, ਸੱਸੇ ਨੂੰ ਕੰਨਾ ਈੜੀ ਨੂੰ ਬਿਹਾਰੀ। ਕੀ ਬਣ ਗਿਆ ਜੀ, ਬੋਲੋ ਜੀ। ਸੱਸੇ ਨੂੰ ਕੰਨਾ ਈੜੀ ਨੂੰ ਬਿਹਾਰੀ। ਹੁਣ ਤੁਸੀਂ ਦੱਸਣਾ ਜੀ, ਮੈਂ 2 ਪੰਕਤੀਆਂ ਪੜ੍ਹੂੰਗਾ, ਤੁਸੀਂ ਮੈਨੂੰ ਦੱਸਣਾ ਮੈਂ ਕਿਹੜੀ ਪੰਕਤੀ ਗਲਤ ਪੜ੍ਹੀ ਆ ਅਤੇ ਕਿਹੜੀ ਸਹੀ ਪੜ੍ਹੀ ਆ, ਕਿ ਦੋਨੇ ਗਲਤ ਪੜ੍ਹੀਆਂ ਜੀ। ਹੁਣ ਤੁਸੀਂ ਦੱਸਿਓ ਜੀ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈਂ। ਗੱਲ ਚੰਗੀ। ਅਗਲੀ ਪੰਕਤੀ ਸੁਣ ਲਿਓ। ਤੂੰ ਕਰਤਾ ਸਚਿਆਰ ਮੈਂਡਾ ਸਾਈ। ਬੋਲੋ ਜੀ, ਮੈਂ ਪੰਕਤੀ ਕਿਹੜੀ ਗਲਤ ਪੜ੍ਹੀ ਹੈ ਜੀ? ਮੈਂ ਹੱਥ ਖੜਾ ਕਰਕੇ ਦੱਸਿਓ ਕਿਹੜੀ ਪੰਕਤੀ ਮੈਂ ਗਲਤ ਪੜ੍ਹੀ ਹੈ ਜੀ, ਬੋਲੋ ਜੀ। ਹਾਂਜੀ ਭੈਣ ਜੀ, ਕੀ ਹੈ ਜੀ ਉੱਥੇ? ਸੱਚਿਆਰ ਨਹੀਂ, ਮੈਂ ਸੱਸੇ ਨੂੰ ਕੰਨਾ ਈੜੀ ਨੂੰ ਮੈਂ ਬਿਹਾਰੀ ਦੀ ਗੱਲ ਕਰ। ਹੁਣ ਤੁਸੀਂ ਇਹ ਦੇਖੋ, ਤੁਸੀਂ ਜਵਾਬ ਨਹੀਂ ਦੇ ਰਹੇ, ਇਹਦਾ ਮਤਲਬ ਕੀ ਹੈ ਕਿ ਸਾਡੇ 'ਚ ਕੋਈ ਨਾ ਕੋਈ ਕਮੀ ਹੈ। ਉੱਥੇ ਗੱਲ ਚੱਲਦੀ ਆ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ। ਗੱਲ ਚੰਗੀ। ਉੱਥੇ ਮੈਂ ਸਾਈਂ ਪੜ੍ਹੂੰਗਾ, ਸਾਈਂ ਮੀਨਸ ਰੱਬ। ਤੂੰ ਕਰਤਾ ਸਚਿਆਰ, ਬੋਲੋ ਜੀ ਖੁੱਲ੍ਹ ਕੇ ਬੋਲੋ, ਮੈਂਡਾ ਸਾਈਂ। ਇੱਥੇ ਸਾਈਂ ਪੜ੍ਹਨਾ। ਦੇਖਣ ਨੂੰ ਕੀ ਹੈ ਜੀ, ਸੱਸੇ ਨੂੰ ਕੰਨਾ ਤੇ ਈੜੀ ਨੂੰ, ਦੇਖਣ ਨੂੰ ਤਾਂ ਹੀ ਹੈ ਨਾ ਜੀ। ਪਰ ਦੇਖੋ ਇੱਕ ਬਿੰਦੀ ਕਿਵੇਂ ਅਰਥ ਬਦਲ ਦਿੰਦੇ ਆ। ਪਰ ਜੇ ਬਾਬੇ ਕਹਿੰਦੇ ਜਿੱਦਾਂ ਲਿਖਿਆ ਉੱਦਾਂ ਪੜ੍ਹੀ ਚਲੋ, ਫਿਰ ਦਿੱਲੀ ਚੱਲੋ, ਫਿਰ ਅਰਥ ਸਾਡੇ ਪੱਲੇ ਕੀ ਬਣ। ਇੱਕ ਹੋਰ ਲੈ ਲਓ ਜੀ ਪੰਕਤੀ ਇਸੇ ਤਰ੍ਹਾਂ ਦੀ, ਇੱਕ ਹੋਰ ਲੈ ਲਿਓ ਜੀ। ਇੱਕ ਸਤਿਗੁਰ ਜੀ ਦੀ ਇੱਕ ਪੰਕਤੀ ਹੋਰ ਆ, ਮਿਹਰ ਮਸੀਤ ਸਿਦਕ ਮੁਸਲਾ। ਇਹੀ ਲਿਖਿਆ ਜੀ ਉੱਥੇ। ਮੰਮੇ ਨੂੰ ਔਂਕੜ ਆ ਜੀ, ਸੱਸਾ ਲੱਲੇ ਨੂੰ ਕੰਨਾ ਆ। ਕੀ ਬਣ ਗਿਆ ਜੀ? ਮੰਮੇ ਨੂੰ ਔਂਕੜ ਆ, ਸੱਸਾ ਲੱਲੇ ਨੂੰ ਕੰਨਾ ਜੀ। ਕੀ ਬਣ ਗਿਆ? ਮੁਸਲਾ। ਹੁਣ ਇਹਦੇ ਅਰਥ ਬਣ ਗਏ ਕਿ ਜਦੋਂ ਤੁਸੀਂ ਨਵਾਜ਼ ਪੜ੍ਹਨੀ ਆ, ਮੁਸਲੇ ਨੂੰ ਆਪਣੇ ਹੇਠਾਂ ਵਿਛਾ ਲਓ। ਮੁਸਲਾ ਮੀਨਸ ਬੰਦਾ, ਮੁਸਲਮਾਨ ਮੀਨਸ ਮੁਸਲਾ ਬੰਦਾ। ਮੁਸਲੇ ਨੂੰ ਹੇਠਾਂ ਵਿਛਾ ਕੇ ਉੱਪਰ ਤੁਸੀਂ ਉਹਦੇ ਬਹਿ ਜਾਓ, ਬੰਦੇ ਦੇ ਉੱਪਰ ਬੰਦਾ ਬਹਿ ਕੇ ਨਵਾਜ਼ ਪੜ੍ਹੇ। ਲਓ ਜੀ ਅਰਥ ਬਣ ਜਾਣਗੇ। ਫਿਰ ਕੀ ਪੜ੍ਹਨਾ ਜੀ ਉੱਥੇ? ਮਿਹਰ ਮਸੀਦ ਸਿਦਕ ਮੁਸੱਲਾ। ਉੱਥੇ ਤੁਹਾਨੂੰ ਅੱਧਕ ਆਪਣੇ ਕੋਲ ਤੇ, ਬੋਲੋ ਜੀ ਬੋਲੋ, ਉੱਥੇ ਅੱਧਕ ਆਪਣੇ ਕੋਲ ਤੇ ਲਾਉਣੀ ਪੈਣੀ ਹੈ। ਗੁਰਬਾਣੀ 'ਚ ਕਿਤੇ ਵੀ ਤੁਹਾਨੂੰ ਅੱਧਕ ਨਹੀਂ ਮਿਲਣੇ ਹੈ। ਜੇ ਤੁਸੀਂ ਉਹਨੂੰ ਜਿੱਦਾਂ ਲਿਖਿਆ ਉੱਦਾਂ ਪੜ੍ਹੋਗੇ ਤੇ ਫਿਰ ਜਿਹੜੇ ਅਰਥ ਹੈ ਜੀ ਉਹ ਕੀ ਹੋ ਜਾਣਗੇ? ਅਨਰਥ ਹੋ ਗਏ। ਇੱਕ ਗੁਰਬਾਣੀ ਦੀ ਪੰਕਤੀ ਹੋਰ ਲੈ ਲਿਓ ਜੀ, ਚਾਹੇ ਫੋਨ 'ਚ ਵੀ ਕੱਢ ਲਿਓ। ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਭਰੇ, ਬਿਰਲਾਬੂ ਚੇਕ ਹੋਏ। ਇੱਥੇ ਆਹਰ 3 ਵਾਰੀ ਆਇਆ ਜੀ। ਤੁਸੀਂ ਪਹਿਲਾ ਜਿਹੜਾ ਆਹਰ ਪੜ੍ਹੋਗੇ ਨਾ ਜੀ, ਐੜਾ, ਐੜੇ ਨੂੰ ਕੰਨਾ, ਹਾਹਾ ਰਾਰਾ, ਇਹ ਮੁਕਤ ਹੈ ਜੀ। ਅਗਲਾ ਤੁਸੀਂ ਆਹਰ ਪੜ੍ਹੋਗੇ ਜੀ, ਉੱਥੇ ਔਂਕੜ ਲਾਤੀ ਪਿੱਛੇ ਸਤਿਗੁਰ ਨੇ, ਐੜੇ ਨੂੰ ਕੰਨਾ, ਹਾਹਾ ਰਾਰਾ ਥੱਲੇ ਔਂਕੜ। ਉਹ ਤੀਜਾ ਤੁਸੀਂ ਆਹਰ ਪੜ੍ਹੋਗੇ, ਉੱਥੇ ਸਿਹਾਰੀ ਪਾਤੀ ਰਾਰੇ ਨੂੰ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਸੁਭਾਵਿਕ ਆਪਾਂ ਫਰੈਂਡ ਤੌਰ 'ਤੇ ਸਵਾਲ ਕਰ ਲੈਂਦੇ ਆ, ਮਾਲਕ ਜੀ ਤੁਹਾਡੀ ਲਿਖਾਈ ਦੇ ਵਿੱਚ ਮਿਸਟੇਕ ਹੈ। ਲਓ ਜੀ, ਹੁਣ ਤਾਂ ਅੱਖਰ ਨਹੀਂ ਲਿਖਣੇ ਆਉਂਦੇ। 2 ਪੰਕਤੀਆਂ ਦਾ ਸਤਿਗੁਰ ਜੀ ਇਹ ਸਲੋਕ ਹੈ, ਤੇ 2 ਪੰਕਤੀਆਂ 'ਚ ਮਾਲਕ ਤੁਸੀਂ ਤੁਹਾਡੇ 3 ਅੱਖਰ ਇੱਕੋ ਸਾਰ ਦੇ ਆ, ਤੇ ਸਤਿਗੁਰ ਇੱਕੋ ਅੱਖਰ ਆਪਸ 'ਚ, ਬੋਲੋ ਜੀ, ਮਿਲਦੇ ਨਹੀਂ ਹੈਗੇ। ਤੇ ਮਾਲਕ ਕਹਿੰਦੇ ਭਾਈ ਤੂੰ ਕਮਲਾ, ਮੈਂ ਥੋੜ੍ਹੀ ਕਮਲਾ ਆ। ਸਤਿਗੁਰ ਕੀ ਕਹਿਣਗੇ? ਭਾਈ
ਤੂੰ ਕਮਲਾ ਮੈਂ ਕਮਲਾ ਨਹੀਂ। ਹੁਣ ਸਤਿਗੁਰ ਕਹਿੰਦੇ ਭਾਈ ਜੇ ਇੱਥੇ ਵਿਆਕਰਨ ਤੈਨੂੰ ਥੋੜ੍ਹੀ ਬਹੁਤੀ ਸੋਝੀ ਹੋਏਗੀ ਤੇ ਇੱਥੇ ਤੂੰ ਅਰਥ ਵੀ ਕਰ ਪਾਏਗਾ। ਜਿੱਦਾਂ ਲਿਖਿਆ ਉੱਦਾਂ ਪੜ੍ਹ ਲੈ, ਅਰਥ ਹੀ ਨਹੀਂ ਹੋਣੇ। ਹੁਣ ਇੱਥੇ ਅਰਥ ਪੜ੍ਹਿਓ ਜੀ ਕੀ ਆ ਕਿ ਆਹਾਰ ਸਭ ਕਰਦਾ ਫਿਰੇ। ਇੱਥੇ ਆਹਾਰ ਮੁਕਤ ਹੈ ਕਿ ਮਤਲਬ ਕਿ ਬਹੁਤ ਕਾਜ ਕਰਦਾ ਫਿਰਦਾ, ਬਹੁਤ ਕੰਮ ਕਰਦਾ ਫਿਰਦਾ, ਬਹੁਤ ਉਪਰਾਲੇ ਕਰਦਾ ਫਿਰਦਾ ਆ, ਪਰ ਕਹਿੰਦੇ ਆਹਾਰ ਇੱਕ ਨਾ ਹੋਏ। ਇੱਥੇ ਔਂਕੜ ਹੈ ਜੀ, ਪਰ ਜਿਹੜਾ ਇੱਕ ਕੰਮ ਕਰਨ ਵਾਲਾ ਉਹ ਬੰਦਾ ਬੋਲੋ ਜੀ ਕਰਦਾ ਹੀ ਨਹੀਂ। ਨਾਨਕ ਜਿਤ ਆਹਾਰ, ਇੱਥੇ ਸਿਹਾਰੀ ਗਿਆ, ਜਿਹੜਾ ਕੰਮ ਕਰਨ ਦੇ ਨਾਲ, ਜਿਹੜਾ ਕੰਮ ਕਰਨ ਦੁਆਰਾ। ਸਤਿਗੁਰ ਕਹਿੰਦੇ ਜਿਹੜਾ ਕੰਮ ਕਰਨ ਦੇ ਨਾਲ ਤੂੰ ਦੁਨੀਆ 'ਚੋਂ ਉਤਰਨਾ ਆ, ਇਸ ਭਵ ਸਾਗਰ ਤੋਂ ਪਾਰ ਹੋਣਾ ਆ। ਬਿਰਲਾ ਬੂਝੈ ਕੋਏ, ਉਹ ਕੋਈ ਬਿਰਲਾ ਹੀ ਸਮਝਦਾ ਹੈ। ਵਿਸ਼ਾ ਮੈਨੂੰ ਪਤਾ ਕਿ ਬੜਾ ਟਫ ਹੋ ਜਾਂਦਾ ਆ, ਪਰ ਇਹ ਗੱਲਾਂ ਕਰਨੀਆਂ ਬੜੀ ਜ਼ਰੂਰੀ ਨੇ। ਹਲੇ ਮੇਰੇ ਕੋਲ ਬਹੁਤ ਸੀਗਾ ਕਿ ਮੈਂ ਬੋਲਣਾ ਹੋਰ, ਪਰ ਮੈਂ ਇਹਨੂੰ ਇੱਥੇ ਹੀ ਪਹੁੰਚ ਲੈਣਾ ਆ। ਸਾਨੂੰ ਮਾफ़ ਕਰੋ, ਮੈਂ ਵੀ ਵਿੱਚ ਆ, ਮੈਂ ਕੋਈ ਬਹੁਤ ਵੱਡਾ ਵਿਦਵਾਨ ਨਹੀਂ, ਮੇਰੇ ਤੋਂ ਵੀ ਬਹੁਤ ਗਲਤੀਆਂ ਹੁੰਦੀਆਂ। ਸਾਨੂੰ ਹਲੇ ਤੱਕ ਨਾਨਕ ਸ਼ਬਦ ਦਾ ਹੀ ਉਚਾਰਨ ਕਰਨਾ ਨਹੀਂ ਆਇਆ। ਕਿੱਥੇ ਰੁਕਣਾ, ਕਿੱਥੇ ਨਹੀਂ ਰੁਕਣਾ ਹੈਗਾ, ਅਸੀਂ ਚੱਲੀ ਜਾਂਦੇ ਹਾਂ ਜੀ ਬਸ। ਚੱਲੇ ਉਹ ਮੈਂ ਇੱਕ ਸ਼ਬਦ ਪੜ੍ਹਦਾ ਸੀਗਾ ਜੀ ਕਿ ਆਪਣਾ ਨਾਰਾਇਣ ਦੰਤ ਭੰਨੇ ਡਾਇਨ, ਉੱਥੇ ਸ਼ਬਦ ਇਹ ਹੈ ਜੀ। ਇਹ ਤੁਸੀਂ ਉਹਨੂੰ ਨਾਲ ਜੋੜ ਦੋਗੇ ਨਾ, ਉਹਦਾ ਸ਼ਬਦ ਬਣੇਗਾ ਨਾਰਾਇਣ ਦੰਤ ਭੰਨੇ ਡਾਇਨ। ਉਹਦੇ ਅਰਥ ਬਣ ਜਾਣੇ ਕਿ ਡਾਇਨ ਨੇ ਨਾਰਾਇਣ ਦੇ ਕੀ ਕਰਤੇ ਜੀ, ਦੰਦ ਭੰਨਤੇ। ਥੋੜ੍ਹਾ ਜਿਹਾ ਬਸ ਇੱਧਰ ਉੱਧਰ ਹੋਇਆ। ਇੱਥੇ ਸ਼ਬਦ ਛੱਡਣਾ, ਨਾਰਾਇਣ ਛੱਡ ਦਿਓ, ਦੰਤ ਭੰਨੇ ਡਾਇਨ, ਕਿ ਨਾਰਾਇਣ ਨੇ ਕੀ ਕਰਤੇ ਆ ਜੀ, ਮਾਇਆ ਰੂਪੀ ਡੈਣ ਦੇ ਦੰਦ ਭੰਨਤੇ। ਪਰ ਤੁਸੀਂ ਨਾਲ ਜੋੜ ਲਓਗੇ ਉਹਨੂੰ ਤੇ ਤੁਸੀਂ ਫਿਰ ਇਹਦੇ ਅਰਥ ਕਰੋਗੇ ਕਿ ਨਾਰਾਇਣ ਦੇ ਦੰਦ ਭੰਨਤੇ ਮਾਇਆ ਰੂਪੀ ਡੈਣ ਨੇ। ਨਿੱਕੀ ਜਿਹੀ ਮਿਸਟੇਕ ਹੋ ਗਈ। ਛੋਟੀ ਜਿਹੀ ਗੱਲ ਹੋਰ ਕਰਦਾ, ਫਿਰ ਆਪਾਂ ਅੱਗੇ ਤੁਰਦੇ ਹਾਂ ਜੀ। ਭਗਤ ਸ਼ਬਦ ਆਪਾਂ ਗੁਰਬਾਣੀ 'ਚ ਪੜ੍ਹਿਆ ਜੀ ਸਾਰਿਆਂ ਨੇ। ਭਗਤ ਸ਼ਬਦ ਪੱਬਾ ਗੱਗਾ ਤੱਤਾ ਮੁਕਤਾ, ਪੱਬਾ ਗੱਗਾ ਤੱਤੇ ਨੂੰ ਔਂਕੜ, ਪੱਬਾ ਗੱਗਾ ਤੱਤੇ ਨੂੰ ਸਿਹਾਰੀ। ਤਿੰਨਾਂ ਦਾ ਉਚਾਰਨ ਕੀ ਹੈ ਜੀ, ਭਗਤ। ਤਿੰਨਾਂ ਦਾ ਉਚਾਰਨ ਕੀ ਹੈ ਜੀ, ਭਗਤ। ਪਰ ਜਿਹੜਾ ਪੱਬਾ ਗੱਗਾ ਤੱਤਾ ਮੁਕਤਾ ਹੈ, ਉੱਥੇ ਗੱਲ ਚੱਲੇਗੀ ਬਹੁਤੇ ਭਗਤਾਂ ਦੀ। ਕੀ ਗੱਲ ਚੱਲੇਗੀ ਜੀ, ਬਹੁਤੀ ਭਗਤਾਂ ਦੀ। ਜਿੱਥੇ ਪੱਬਾ ਗੱਗਾ ਤੱਤੇ ਨੂੰ ਔਂਕੜ ਆ, ਉੱਥੇ ਗੱਲ ਚੱਲਦੀ ਹੈ ਇੱਕ ਭਗਤ ਦੀ। ਜਿੱਥੇ ਪੱਬਾ ਗੱਗਾ ਤੱਤੇ ਨੂੰ ਸਿਹਾਰੀ ਪਈ ਹੈ, ਉੱਥੇ ਨਾ ਭਗਤ ਦੀ ਗੱਲ ਚੱਲਦੀ ਹੈ, ਨਾ ਭਗਤਾਂ ਦੀ ਗੱਲ ਚੱਲਦੀ ਹੈ, ਉੱਥੇ ਗੱਲ ਚੱਲਦੀ ਹੈ ਭਗਤੀ ਦੀ। ਹੁਣ ਤੁਸੀਂ ਦੇਖੋ ਹੈ ਉੱਦਾਂ ਦੇ ਹੀ ਆ। ਹੁਣ ਤੁਸੀਂ ਪੜ੍ਹ ਲਓ, ਕੱਕੇ ਨੂੰ ਆਪਣਾ ਹੋੜਾ ਪਾ ਕੇ ਉੱਪਰ, ਜਦੋਂ ਆਪਾਂ ਟੈਂਕੇ ਨੂੰ ਸਿਹਾਰੀ ਪਾਉਂਦੇ ਤਾਂ ਵੀ ਕੋਟ ਬਣਦਾ ਆ। ਇੱਕ ਕੋਟ ਟੈਂਕੇ ਨੂੰ ਉੱਥੇ ਉਹਨਾਂ ਨੇ ਸਿਹਾਰੀ ਪਾਤੀ, ਕਿਤੇ ਟੈਂਕੇ ਨੂੰ ਆਪਣਾ ਔਂਕੜ ਪਾਤੀ, ਕਿਤੇ ਟੈਂਕਾ ਉਹਨਾਂ ਨੇ ਆਪਣਾ ਮੁਕਤਾ ਕਰਤਾ ਜੀ। ਹੁਣ ਪੜ੍ਹਨੇ ਸਾਰੇ ਕੋਟ ਪੜ੍ਹਨੇ ਆ, ਤੁਸੀਂ ਹੈਰਾਨ ਹੋ ਜਾਓਗੇ। ਹੁਣ ਜਿੱਥੇ ਤੁਸੀਂ ਦੇਖੋ ਜੀ ਕੱਕਾ ਇਹਨੂੰ ਹੋੜਾ ਪਾ ਕੇ ਉਹਨਾਂ ਨੇ ਜੀ ਟੈਂਕੇ ਨੂੰ ਸਿਹਾਰੀ ਪਾਤੀ, ਉੱਥੇ ਗੱਲ ਚੱਲਣੀ ਹੈ ਕਰੋੜਾਂ ਦੀ, ਗਿਣਤੀ ਵਾਚਕ ਕਰੋੜ। ਜਿੱਥੇ ਕੱਕੇ ਨੂੰ ਹੋੜਾ ਪਾ ਕੇ ਟੈਂਕੀ ਨੂੰ ਉਹਨਾਂ ਨੇ ਮੁਕਤਾ ਕਰਤਾ, ਉੱਥੇ ਗੱਲ ਚੱਲਣੀ ਹੈ ਕਿਲਿਆਂ ਦੀ। ਜਿੱਥੇ ਗੱਲ ਚੱਲਣੀ ਹੈ ਕੱਕੇ ਨੂੰ ਹੋੜਾ ਪਾ ਕੇ ਟੈਂਕੇ ਨੂੰ ਫਿਰ ਥੱਲੇ ਔਂਕੜ ਪਾਉਂਦੇ, ਉੱਥੇ ਗੱਲ ਚੱਲਣੀ ਹੈ ਇੱਕ ਕਿਲੇ ਦੀ। ਠੀਕ ਹੈ ਜੀ, ਸਮਝ ਗਏ ਮੇਰੀ ਗੱਲ। ਸੋ ਕਹਿੰਦਾ ਭਾਵ ਮੇਰਾ ਇਹ ਆ ਕਿ ਜਿਹੜੇ ਲੋਕ ਇਹ ਗੱਲ ਤੁਹਾਨੂੰ ਕਹਿੰਦੇ ਆ ਕਿ ਜਿੱਦਾਂ ਬਾਣੀ ਲਿਖੀ ਆ ਉੱਦਾਂ ਪੜ੍ਹੋ, ਉਹ ਲੋਕ ਤੁਹਾਨੂੰ ਤਾਂ ਇਹ ਗੱਲ ਕਹਿੰਦੇ ਆ ਤਾਂ ਕਿ ਤੁਹਾਡੇ ਪੱਲੇ ਗੁਰਬਾਣੀ ਦੇ ਅਰਥ, ਬੋਲੋ ਜੀ, ਗੁਰਬਾਣੀ ਦੇ ਅਰਥ ਨਾ ਪੈ ਜਾਣ। ਤੇ ਅਸੀਂ ਵੀ ਇਸ ਗੱਲ ਵਿੱਚ ਪੂਰੇ ਦੋਸ਼ੀ ਹਾਂ। ਕਿਉਂ? ਕਿਉਂਕਿ ਅਸੀਂ ਵੀ ਗੁਰਬਾਣੀ ਨੂੰ ਪੜ੍ਹਨਾ ਸਮਝਣਾ ਨਹੀਂ ਚਾਹੁੰਦੇ। ਜਿਵੇਂ ਸਾਨੂੰ ਕੋਈ ਪਰੋਸ ਕੇ ਦਿੰਦਾ ਆ, ਅਸੀਂ ਉੱਦਾਂ ਪਰੋਸ ਕੇ ਲੈ ਲੈਂਦੇ ਆ ਅਤੇ ਅਸੀਂ ਆਪਣੇ ਘਰ ਚਲੇ ਜਾਂਦੇ ਹਾਂ। ਇੰਨਾ ਕੰਮ ਸਾਡਾ ਆ। ਹੁਣ ਅੱਗੇ ਆ ਜਾਓ ਜੀ। ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਅੰਦਰ ਕਿੰਨੇ ਮਹਾਂਪੁਰਸ਼ਾਂ ਦੀ ਬਾਣੀ ਹੈ ਜੀ? ਬੋਲਿਓ, ਕਿੰਨਿਆਂ ਦੀ ਹੈ ਜੀ? ਉਹ ਇੰਨਾ ਕੁ ਤਾਂ ਦੱਸੋ। ਟੋਟਲੀ ਬੜਾ, ਇਹ ਤਾਂ ਸਭ ਗਲਤ ਗੱਲ ਹੈ ਜੀ। ਫਿਰ ਕੁਛ ਤਾਂ ਬੋਲੋ, ਗੁਰੂ ਗ੍ਰੰਥ ਸਾਹਿਬ 'ਚ ਕਿੰਨਿਆਂ ਦੀ ਬਾਣੀ ਹੈ ਜੀ? ਟੋਟਲੀ ਮਹਾਂਪੁਰਸ਼ ਕਿੰਨੇ ਆ ਜੀ? ਹਾਂਜੀ, ਉੱਚੀ ਤਾਂ ਬੋਲੋ। ਲਓ ਜੀ, ਇੱਦਾਂ ਕਰੋ, ਜਿਹਨੂੰ ਯਾਦ ਆ ਉਹ ਹੱਥ ਖੜਾ ਕਰਿਓ ਜੀ। ਇਹ ਮਨਾਉਣ ਚੱਲਿਆ ਜੀ ਪ੍ਰਕਾਸ਼ ਦਿਹਾੜਾ, ਮੈਂ ਇੱਦਾਂ ਕਹਿ ਲਵਾਂ। ਬੋਲੋ ਜੀ, ਨਾਲੇ ਪਤਾ ਸਾਰਿਆਂ ਨੂੰ। ਉਹ 35 ਨਹੀਂ ਆਪਾਂ ਬੋਲਦੇ ਕਿ 35 ਮਹਾਂਪੁਰਸ਼ਾਂ ਦੀ ਬਾਣੀ। ਕੀ ਹੋ ਗਿਆ? ਲੰਗਰ ਜਾ ਕੇ ਘਰ ਛਕਣਾ ਕਿ ਛਕ ਕੇ ਆਉਂਦੇ ਹੋ? ਜਾ ਕੇ ਛਕਣਾ ਹੈ ਨਾ।
ਤੁਸੀਂ ਦੇਖੋ ਜੀ, ਜੇ ਤਾਂ ਤੁਹਾਨੂੰ ਤੁਸੀਂ ਸੰਗਦੇ ਹੀ ਨਹੀਂ ਦੱਸਦੇ ਤਾਂ ਵੀ ਗਲਤ ਹੈ, ਜੇ ਤੁਹਾਨੂੰ ਪਤਾ ਨਹੀਂ ਹੈ ਤਾਂ ਫਿਰ ਬਹੁਤ ਜ਼ਿਆਦਾ ਗਲਤ ਹੈ ਕਿ ਸਾਨੂੰ ਇੰਨਾ ਵੀ ਨਹੀਂ ਪਤਾ ਹੈਗਾ ਜੀ। ਇਸ ਕਰਕੇ ਤੁੱਕਾ ਵੀ ਮਾਰੋ, ਸਹੀ ਗਲਤ ਕੁਛ ਤਾਂ ਦੇਖੋ ਜੀ। ਕਥਾ ਨਹੀਂ ਹੋ ਰਹੀ ਹੈ, ਲੈਕਚਰ ਹੋ ਰਿਹਾ ਆ। ਮੈਂ ਆਪ ਜੀ ਨਾਲ ਗੱਲਾਂ ਕਰਦਾ, ਜੇ ਕਥਾ ਹੁੰਦੀ ਪਈ ਮੈਂ ਇੱਕ ਸਪੀਡ ਲੈ ਕੇ ਤੁਰ ਪੈਣਾ ਸੀਗਾ, ਮੈਂ ਸੁਣਨੀ ਨਹੀਂ ਕਿਸੇ ਦੀ, ਮੈਂ ਇਕੱਲੇ ਨਹੀਂ ਬੋਲੀ ਜਾਣਾ ਸੀਗਾ। ਨਹੀਂ, ਮੇਰਾ ਹਿਸਾਬ ਆ ਕਿ ਆਪਾਂ ਜਿਹੜੇ 30-40 ਮਿੰਟ ਤੁਸੀਂ ਟਾਈਮ ਕੱਢ ਕੇ ਆਏ ਹੋ, ਕੁਛ ਲੈ ਕੇ ਜਾਓ। ਦੇਖੋ ਜੀ, ਆਪਾਂ ਮੰਨਦੇ ਹਾਂ ਬਹੁਤੇ ਕਿ 35 ਮਹਾਂਪੁਰਸ਼ਾਂ ਦੀ ਬਾਣੀ ਹੈ, ਪਰ ਬਹੁਤ ਸੰਸਥਾਵਾਂ ਇਸ ਗੱਲ ਦਾ ਵੀ ਪ੍ਰਚਾਰ ਕਰਦੀ ਹੈ। ਇੱਕ ਸੰਸਥਾ ਕਹਿੰਦੀ 36 ਮਹਾਂਪੁਰਸ਼ਾਂ ਦੀ ਹੈ ਜੀ, ਇੱਕ ਸੰਸਥਾ ਕਹਿੰਦੀ 37 ਮਹਾਂਪੁਰਸ਼ਾਂ ਦੀ ਬਾਣੀ ਹੈ ਜੀ। ਹੁਣ ਉਹਨਾਂ ਨੂੰ ਆਪਾਂ ਜਵਾਬ ਕਿੱਦਾਂ ਦੇਣਾ ਜੀ? ਹੁਣ ਜਵਾਬ ਤੁਸੀਂ ਤਾਂ ਦਿਓਗੇ ਜੇ ਸਾਡੇ ਕੋਲ ਜਵਾਬ, ਬੋਲੋ ਜੀ, ਹੋਏਗਾ ਜੀ। ਸਾਡੇ ਕੋਲ ਜਵਾਬ ਹੀ ਨਹੀਂ, ਅਗਲੇ ਨੇ ਜੋ ਕਹਿਣਾ ਤੁਸੀਂ ਸੁਣ ਕੇ ਚਲੇ ਜਾਣਾ ਆ। ਹੁਣ ਅਗਲੇ ਤਾਂ ਇਹ ਵੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਦਾ ਵੀ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ, ਦੇ ਦਿਓ ਜਵਾਬ। ਅਸੀਂ ਵੀ ਸਿਰ ਹਿਲਾ ਦੇਣਾ, ਹਾਂਜੀ ਹੋਣਾ ਭਾਈ। ਹੁਣ ਸੁਣਿਓ ਜੀ, ਥੋੜ੍ਹੀ ਜਿਹੀ ਹਾਸੋ ਇੰਨੀ ਗੱਲ ਸੁਣਾ ਦੇਵਾਂ ਤਾਂ ਕਿ ਤੁਹਾਨੂੰ ਪਤਾ ਵੀ ਲੱਗੇ ਆਪਾਂ ਗੁਰਬਾਣੀ ਦੇ ਨਾਲ ਚੱਲੀਏ, ਤਾਂ ਕਿ ਤੁਸੀਂ ਬੋਰ ਨਾ ਹੋਵੋ। ਬਨਾਰਸ ਦੀ ਧਰਤੀ ਦੇ ਉੱਤੇ ਜੀ ਇੱਕ ਬਜ਼ੁਰਗ ਘੁੰਮਦਾ ਸੀਗਾ, ਉਹਨੇ ਗੱਡੇ 'ਤੇ 4 ਵੇਦ ਲੱਦੇ ਹੋਏ ਸੀਗੇ। ਕਿੰਨੇ ਵੇਦ ਲੱਦੇ ਸੀਗੇ ਜੀ? 4 ਵੇਦ ਲੱਦੇ ਹੋਏ ਸੀਗੇ। ਬਜ਼ੁਰਗ ਸੀਗਾ ਜੀ, ਉਹਨੂੰ ਉਹ ਕਹਿੰਦਾ ਮੈਂ ਬੜਾ ਦੁਖੀ ਆ ਜੀ, ਕਿ ਮੈਂ ਕੀ ਕਰਾਂ, ਮੈਂ ਘਰ ਤੋਂ ਦੁਖੀ ਕਹਿ ਲਓ ਜਾਂ ਮੈਂ ਬੜਾ ਦੁਖੀ ਹੈ। ਉਹਨੂੰ ਕਿਸੇ ਨੇ ਸਲਾਹ ਦਿੱਤੀ, ਕਹਿੰਦੇ ਜੇ ਤੂੰ ਆਪਣੇ ਦੁੱਖ ਦਾ ਛੁਟਕਾਰਾ ਕਰਵਾਉਣਾ ਨਾ, ਅੰਮ੍ਰਿਤਸਰ ਧਰਤੀ ਚਲੇ ਜਾ, ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜਾ ਕੇ ਉਹਨਾਂ ਨੂੰ ਮਿਲ। ਨੋਟ ਕਰੋ ਜੀ ਗੱਲ, ਇਹ ਕਹਾਣੀਆਂ ਵੱਡੇ ਵੱਡੇ ਚੈਨਲਾਂ 'ਤੇ ਸੁਣਾਈਆਂ ਜਾ ਰਹੀਆਂ, ਅਤੇ ਮੈਨੂੰ ਗੱਲ ਬੜੀ ਸੋਹਣੀ ਲੱਗੀ ਆਪਣੇ ਦਿੱਲੀ ਵਾਲੇ ਹੈੱਡ ਗ੍ਰੰਥੀ ਰਣਜੀਤ ਸਿੰਘ ਜੀ ਦੀ। ਉਹ ਕਹਿੰਦੇ, ਮਾफ़ ਕਰਿਓ, ਉਹ ਕਹਿੰਦੇ ਕਿ ਅੱਜ ਸਾਡੇ ਪੱਲੇ ਪਤਾ ਕੀ ਰਹਿ ਗਿਆ? ਜਕਾਰਾ, ਕਥਾ ਜਕਾਰੇ, ਲੈਕਚਰ ਜਕਾਰੇ, ਕੀਰਤਨ ਜਕਾਰੇ। ਕਹਿੰਦੇ ਗੱਲ ਹੀ ਨਹੀਂ ਸਮਝਦੇ ਅਸੀਂ ਕੋਈ, ਜਕਾਰਾ ਲਾ ਕੇ ਬਸ ਠੀਕ ਹੈ ਬੋਲੇ। ਇਹਦਾ ਅਰਥ ਹੁੰਦਾ ਕਿਸੇ ਪ੍ਰਵਾਨਗੀ ਦੇਤੀ, ਜੋ ਮਰਜ਼ੀ ਪੜ੍ਹੀ ਜਾਓ, ਜੋ ਮਰਜ਼ੀ ਬੋਲੀ ਜਾਓ, ਜੋ ਮਰਜ਼ੀ ਪੜ੍ਹੀ ਚਲੋ, ਜੋ ਮਰਜ਼ੀ ਬੋਲੀ ਜਾਓ। ਅਗਲੇ ਹੁਣ ਇਹ ਵੀ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਰੋਟੀ ਖਾਂਦੇ ਆ, ਕਰ ਲਿਓ ਹੁਣ ਕੋਹ ਨੂੰ ਭਾਂਡੇ, ਕਹਿੰਦੇ ਆ ਨਾ ਜੀ। ਕਹਿੰਦੇ ਅਸੀਂ ਗਰਮ ਗਰਮ ਰੱਖਾਂਗੇ ਜੀ, ਪ੍ਰਸ਼ਾਦਾ ਪੂਰਾ ਪਾ ਕੇ, ਅਤੇ ਤੋਲ ਕੇ ਪਹਿਲਾਂ ਰੱਖਾਂਗੇ, ਤੋਲ ਕੇ ਬਾਅਦ 'ਚੋਂ ਰੱਖਾਂਗੇ, 50 ਗ੍ਰਾਮ ਘੱਟ ਜੂਗਾ। ਅਗਲੇ ਸਿੱਧ ਕਰਦੇ ਆ ਕਿ 50 ਗ੍ਰਾਮ ਘੱਟਦਾ, ਤੁਸੀਂ ਜਵਾਬ ਨਹੀਂ ਦੇ ਸਕਦੇ, ਤੁਹਾਡੇ ਸਾਹਮਣੇ ਘਟੇਗਾ, ਕੀ ਜਵਾਬ ਦਿਓਗੇ ਉੱਥੇ? ਕਿਉਂਕਿ ਸਾਡੇ ਕੋਲ ਜਵਾਬ ਹੈ ਨਹੀਂ ਹੈ, ਕਿਉਂਕਿ ਅਸੀਂ ਨੌਲੇਜ ਨਹੀਂ ਇਕੱਠੀ ਕਰ ਰਹੇ। ਅਗਲੇ ਹਿੱਕ ਠੋਕ ਕੇ ਕਹਿੰਦੇ ਆ ਕਿਸੇ ਇੰਨੇ ਲੱਖ ਦਾ ਇਨਾਮ ਰੱਖਦੇ ਆ ਜੇ ਸਾਡੀ ਗੱਲ ਨੂੰ ਕੋਈ ਝੂਠਾ ਕਰ ਦੇਵੇ। ਸੁਣੋ ਮੈਂ ਕਿਹੜੀ ਗੱਲ ਕਹਿਣ ਲੱਗਾ ਜੀ। ਉਹ ਬਨਾਰਸ ਦੇ ਬਾਬੇ ਨੂੰ ਕਿਹਾ ਕਿ ਚਲੇ ਜਾ ਤੂੰ ਭਾਈ ਉੱਥੇ। ਉਹ ਕਹਿੰਦਾ ਮੈਂ ਹੈਗਾ ਬਜ਼ੁਰਗ ਬੰਦਾ, ਮੇਰੇ ਕੋਲ 4 ਵੇਦ ਆ, ਅਤੇ ਗੱਡਾ ਮੈਂ ਕਿੰਨੇ, ਬਨਾਰਸ ਕਿੱਥੇ ਆ ਅਤੇ ਆਹ ਆਪਣਾ ਅੰਮ੍ਰਿਤਸਰ ਕਿੱਥੇ ਆ ਜੀ, ਮੈਂ ਨਹੀਂ ਜਾ ਸਕਦਾ। ਲਓ ਜੀ, ਉਹਨਾਂ ਦੀ ਕਹਾਣੀ ਦੇ ਮੁਤਾਬਿਕ ਕਹਿੰਦੇ ਉਹਨੇ 4 ਵੇਦਾਂ ਨੂੰ, ਸੁਣਿਓ ਜੀ, ਉਹਨੇ 4 ਵੇਦਾਂ ਵਿੱਚੋਂ 16 ਬੰਦੇ ਕੱਢੇ। 4 ਚੌਕੇ, ਬੋਲੋ ਜੀ, 4 ਚੌਕੇ। ਇੱਕ ਵੇਦ 'ਚੋਂ ਕਿੰਨੇ ਬੰਦੇ ਨਿਕਲ ਗਏ ਜੀ? 4। 17ਵਾਂ ਉਹ ਆਪ ਹੋ ਗਿਆ। ਕਹਿੰਦੇ ਉਹ 17 ਦੇ 17 ਪਹੁੰਚ ਗਏ ਇੱਥੇ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ। ਉਹ 17 ਦੇ 17 ਕਹਿੰਦੇ ਭਗਤਾਂ ਦੀਆਂ ਰੂਹਾਂ ਸੀਗੀਆਂ। ਹੁਣ ਦੇ ਦਿਓ ਜਵਾਬ ਅਗਲਿਆਂ ਨੂੰ। ਕੋਈ ਕੰਮ ਜਦੋਂ ਆਹ ਗੱਲ ਕਹੀ ਨਾ ਬਾਬੇ ਨੇ ਕਿ ਭਗਤਾਂ ਦੀ ਰੂਹਾਂ ਨੇ ਆ ਕੇ, ਸਾਨੂੰ ਐਡਾ ਮਾफ़ ਕਰਿਓ, ਇਹਨਾਂ ਨੇ ਕਮਜ਼ੋਰ ਕਰ ਦਿੱਤਾ। ਅਗਲੇ ਬੈਠ ਕੇ ਇਹ ਪ੍ਰਚਾਰ ਕਰਦੇ ਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਇੱਕ ਪੋਥੀ ਤੱਕ ਨਹੀਂ ਸੀਗੀ, ਸਾਰੀਆਂ ਬਾਬੇ ਮੋਹਨ ਨੇ ਦੱਬ ਲਈਆਂ। ਮੋਹਨ ਤੇਰੇ ਉੱਚੇ ਚੁਬਾਰੇ, ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਮੋਹਨ ਵਾਸਤੇ ਗਾਇਆ। ਐਡਾ ਵੱਡੇ ਜ਼ਿੰਮੇਵਾਰੀ ਜਦੋਂ ਬਾਬੇ ਨਾਨਕ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਦਿੱਤੀ ਹੈ, ਉਦੋਂ ਪੋਥੀਆਂ ਨਾਲ ਦਿੱਤੀਆਂ। 1% ਦਾ ਵੀ ਕਿਸੇ ਤੇ ਭਰੋਸਾ ਨਹੀਂ ਮੇਰਾ ਮਾਲਕ ਕਰਦਾ ਸੀਗਾ ਪੋਥੀਆਂ ਪ੍ਰਤੀ, ਬਾਣੀ ਦੇ ਪ੍ਰਤੀ। ਅਗਲੇ ਕਹਿੰਦੇ ਗੁਰੂ ਪਾਤਸ਼ਾਹ ਨੇ ਰੂਹਾਂ ਸੱਦ ਲਈਆਂ। ਜਦੋਂ ਰੂਹਾਂ ਇਕੱਠੀਆਂ ਹੋਈਆਂ, ਆ 17 ਰੂਹਾਂ ਜਦੋਂ ਆਈਆਂ ਅਤੇ ਵਿੱਚ ਆਪਣਾ ਉਹ ਕਹਿੰਦੇ ਬ੍ਰਹਮਾ ਸੀਗਾ। ਜਦੋਂ ਆ ਕੇ ਕਹਿੰਦੇ ਬ੍ਰਹਮਾ ਨੇ ਕਿਹਾ ਜੀ ਮੈਂ ਬ੍ਰਹਮਾ ਆ ਬਾਕੀ ਬਾਬਾ ਕਬੀਰ ਖੜਾ, ਰਵੀਦਾਸ ਖੜਾ, ਮੈਂ ਲੈ ਕੇ ਆਇਆ 16 ਦੇ 16 ਨੂੰ। 17 ਦੀ ਬਾਣੀ ਫਿਰ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਗਈ। ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ। ਦਿੱਲੀ ਸਟੇਟ 'ਤੇ ਬੈਠਾ ਬੰਤਾ ਸਿੰਘ ਇਹ ਗੱਲ ਕਹਿ ਗਿਆ, ਕਹਿੰਦਾ ਗੁਰੂ ਨਾਨਕ ਦੇਵ ਪਾਤਸ਼ਾਹ ਰਾਮ ਦੀ ਅੰਸ਼ ਵਿੱਚੋਂ ਹੈ ਅਤੇ ਬ੍ਰਹਮਾ ਦਾ ਪੁਜਾਰੀ ਹੈ। ਸਾਡੇ ਭੁੱਲੜ ਲੋਕਾਂ ਨੇ ਉੱਥੇ ਵੀ ਜਕਾਰੇ ਛੱਡੇ, ਸਾਡੀ ਇੰਨੀ ਕੁ ਉਹਨਾਂ ਨੇ ਵੈਲਿਊ ਬਣਾਤੀ। ਪਿਛਲੀ ਵਾਰ ਛੱਡ ਕੇ ਉਹ ਤੋਂ ਪਿਛਲੀ ਵਾਰ ਜਦੋਂ ਪਹਿਲਾ ਪ੍ਰਕਾਸ਼ ਦਿਹਾੜੇ ਨੂੰ, ਸੁਣਿਓ ਜੀ, ਮੈਂ ਕਿਸੇ ਚੀਜ਼ ਦੇ ਖਿਲਾਫ ਨਹੀਂ ਆ, ਪਰ ਸਾਨੂੰ ਸਿੱਟਿਆ ਕਿੱਥੇ ਜਾ ਰਿਹਾ। ਜਦੋਂ ਉੱਥੇ ਪ੍ਰਕਾਸ਼ ਦਿਹਾੜਾ 1 ਸਤੰਬਰ ਨੂੰ ਜਾਂ ਪਹਿਲਾਂ ਕਿਤੇ ਮਨਾਇਆ ਗਿਆ ਦਿੱਲੀ, ਉਹਨਾਂ ਨੇ ਇੱਕ ਆਪਣਾ ਪਹਿਲੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਬਚਿੱਤਰ ਨਾਟਕ ਦੀ ਕਥਾ ਆਰੰਭ ਕੀਤੀ ਸੀਗੀ।
ਕਿਸੇ ਨੇ ਵਿਰੋਧ ਨਹੀਂ ਕੀਤਾ। ਦਿੱਲੀ ਸਟੇਟ ਤੇ ਬੈਠ ਕੇ ਬੰਤਾ ਸਿੰਘ ਵਰਗੇ ਕਥਾਵਾਚਕ ਬਚਿੱਤਰ ਨਾਟਕ ਦੀ ਆਪਣੀ ਪੂਰੀ ਕਥਾ ਕਰਕੇ, ਕਦੋਂ ਜੀ, ਪਹਿਲੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਆਰੰਭ ਕਰਕੇ। ਸਾਡੇ 'ਚ ਕੋਈ ਵਿਰੋਧ ਕਰਨ ਵਾਲਾ ਨਹੀਂ ਸੀਗਾ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਸੌਂ ਗਏ ਆ, ਜਿੱਦਾਂ ਇਹਨਾਂ ਨੂੰ ਕੁਛ ਤੁਸੀਂ ਪਰੋਸੀ ਜਾਓਗੇ ਇੱਦਾਂ ਇਹਨਾਂ ਨੇ ਚੁੱਕੀ ਜਾਣਾ ਆ। ਹੁਣ ਇੱਥੇ ਕਲੀਅਰ ਹੋ ਗਿਆ ਜੀ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਓ ਕਿ ਤੁਹਾਡੇ 'ਚ ਕਿੰਨੇ ਭਗਤ ਬੈਠੇ ਆ। ਮਾਲਕ ਕਹਿੰਦੇ ਖੁਦ ਪੜ੍ਹ ਕੇ ਦੇਖੀ, ਤੈਨੂੰ ਪਤਾ ਲੱਗ ਜਾਣਾ। ਜਦੋਂ ਗੁਰੂ ਗ੍ਰੰਥ ਸਾਹਿਬ ਮਾਲਕ ਨੂੰ ਪੜ੍ਹਾਂਗੇ ਤੇ ਪਤਾ ਲੱਗੇਗਾ 15 ਭਗਤ ਆ। ਕਿੰਨੇ ਭਗਤ ਹੈ ਜੀ? ਕੋਈ ਸਤਿਗੁਰ ਨੇ ਰੂਹਾਂ ਨਹੀਂ ਸੱਦੀਆਂ। ਸਤਿਗੁਰ ਕੋਲ ਉਹਨਾਂ ਦੀਆਂ ਲਿਖੀਆਂ ਹੋਈਆਂ ਬਾਣੀਆਂ ਦੀਆਂ ਪੋਥੀਆਂ ਮੌਜੂਦ ਨੇ। 4 ਬੰਦੇ ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ ਆਉਂਦੇ ਨੇ ਕਿ ਸਾਡੀ ਬਾਣੀ ਦਰਜ ਕਰੋ। ਮਾਲਕ ਕਹਿੰਦੇ ਤੁਹਾਡੀ ਬਾਣੀ 'ਚ ਕੋਈ ਤੱਤ ਸਾਰ ਨਹੀਂ ਮਿਲਦਾ, ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੋ ਸਕਦੀ। ਇੱਥੋਂ ਤੱਕ ਹੋਰ ਗੱਲ ਕਹਿਣ ਲੱਗਾ, ਸੁਣਿਓ। ਬਾਬੇ ਕਬੀਰ ਜੀ ਦੀ ਬਾਣੀ ਜਿੰਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਨਾ ਜੀ, ਇਹ ਤੋਂ ਵੱਧ ਹੋਰ ਵੀ ਬਾਣੀ ਹੈ, ਪਰ ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੈਗੀ। ਕਿਉਂ? ਕਿਉਂਕਿ ਉਹ ਬਾਬੇ ਕਬੀਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਾਲਕ ਦੀ ਕਸਵੱਟੀ ਤੇ ਪੂਰੀ, ਬੋਲੋ ਜੀ, ਨਹੀਂ ਉਤਰੀ। ਇੱਦਾਂ ਹੀ ਭਗਤ ਰਵਿਦਾਸ ਦੀ ਬਹੁਤ ਬਾਣੀ ਹੈ, ਉਹ ਵੀ ਕਸਵੱਟੀ ਤੇ ਪੂਰੀ ਨਹੀਂ ਉਤਰੀ ਹੈਗੀ। ਜਿਹੜੀ ਬਾਣੀ ਕਸਵੱਟੀ ਤੇ ਪੂਰੀ ਨਹੀਂ ਉਤਰੀ, ਉਹ ਬਾਬੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਹਰ ਕੱਢਤੀ। ਜਿਹੜੀ ਬਾਣੀ ਕਸਵੱਟੀ ਤੇ ਪੂਰੀ ਉਤਰੀ, ਉਸ ਬਾਣੀ ਨੂੰ ਆਪਣਾ ਹਿੱਸਾ ਬਣਾ ਲਿਆ। ਨੋਟ ਕਰਿਓ, 6 ਗੁਰੂ ਸਾਹਿਬਾਨ, 11 ਭੱਟ, ਅੱਗੇ ਜੀ 15 ਭਗਤ ਤੇ 4 ਗੁਰਸਿੱਖ। ਸਹੀ ਹੈ ਜੀ? ਕਿੰਨੇ ਗੁਰਸਿੱਖ ਹੈ ਜੀ? ਹੱਥ ਖੜਾ ਕਰਿਓ, ਕਿੰਨੇ ਗੁਰਸਿੱਖ ਆ ਜੀ ਬਿਨਪੀ ਨੂੰ ਛੱਡ ਕੇ? ਵੀਰ ਜੀ ਲੰਗਰ ਸੱਚੀ ਤੁਸੀਂ ਬੰਦ ਕਰਕੇ ਕੋਈ ਹੋਰ ਪ੍ਰਚਾਰਕ ਵੀ ਬੁਲਾਇਆ ਕਰੋ ਤਾਂ ਕਿ ਸਾਡੀ ਸੰਗਤ ਨੂੰ ਨੌਲੇਜ ਮਿਲੇ। ਕਿੰਨੇ ਗੁਰਸਿੱਖ ਆ ਜੀ? ਕੋਈ ਤਾਂ ਬੋਲੋ। ਹਾਂਜੀ ਜਸਪੀ ਭੈਣ ਜੀ, ਹਾਂਜੀ ਨਾਮ ਔਖਾ ਹੋ ਗਿਆ। ਹਾਂਜੀ ਚਲੋ, ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ ਤੇ ਭਾਈ ਸੁੰਦਰ ਜੀ, ਇਹ 3 ਗੁਰਸਿੱਖਾਂ ਦੀ ਬਾਣੀ। ਚੌਥੀ ਬਾਣੀ ਜਿਹੜੀ ਇਹ ਮੰਨਦੇ ਆ, ਉਹ ਮੰਨਦੇ ਆ ਜੀ ਭਾਈ ਮਰਦਾਨੇ ਦੀ। ਨੋਟ ਕਰਿਓ, ਕਿਹਦੀ ਬਾਣੀ ਮੰਨਦੇ ਆ? ਚੌਥੀ ਭਾਈ ਮਰਦਾਨੇ ਦੀ। 553 ਅੰਗ ਦੇ ਉੱਤੇ 3 ਸ਼ਲੋਕ ਦਰਜ ਆ, ਜਿਹਦੇ ਵਿੱਚ 2 ਹੈਡਿੰਗ ਨੇ ਤੇ ਉਹਨਾਂ ਹੈਡਿੰਗਾਂ ਦੇ ਉੱਪਰ ਲਿਖਿਆ ਹੋਇਆ ਮਰਦਾਨਾ, ਗਿਣਤੀ ਦਾ ਅੱਗੇ ਪਾਇਆ ਹੋਇਆ 1। ਸਾਡੇ ਵਿਦਵਾਨ ਇਹ ਗੱਲ ਕਹਿੰਦੇ ਆ ਕਿ ਤੁਸੀਂ ਉਸ ਹੈਡਿੰਗ ਨੂੰ ਪੜ੍ਹਨਾ ਹੈ ਮਰਦਾਨਾ ਪਹਿਲਾ ਜਾਂ ਤੁਸੀਂ ਮਰਦਾਨਾ ਮਹਿਲਾ ਪਹਿਲਾ। ਤੁਸੀਂ ਇਹ ਵੀ ਪੜ੍ਹ ਸਕਦੇ ਹੋ, ਦੋਨੇ ਨਹੀਂ ਗਲਤ ਹੋਣਗੇ। ਤੁਸੀਂ ਮਰਦਾਨਾ ਪਹਿਲਾ ਵੀ ਪੜ੍ਹੋਗੇ ਤਾਂ ਵੀ ਠੀਕ ਹੈ ਤੇ ਮਰਦਾਨਾ ਮਹਿਲਾ ਪਹਿਲਾ ਤਾਂ ਵੀ। ਸੁਣੋ ਜੀ ਗੱਲ ਹੋਰ, ਭਾਈ ਸੱਤਾ ਤੇ ਭਾਈ ਬਲਵੰਡ ਜੀ ਦੀ ਆਪਣਾ ਬਾਣੀ ਦਾ ਕੀ ਨਾਮ ਹੈ ਜੀ? ਹੱਥ ਖੜਾ ਕਰਿਓ। ਕਿਸੇ ਨੂੰ ਹੈਡਿੰਗ ਪਤਾ ਜੀ? ਚਲੋ ਛੱਡੋ। ਭਾਈ ਸੱਤਾ ਤੇ ਭਾਈ ਬਲਵੰਡ ਜੀ ਦੀ ਵਾਰ ਪੜ੍ਹਦੇ ਆ ਨਾ, ਥੱਲੇ ਕਹਿ ਨਾਨਕ ਨਹੀਂ ਆਉਂਦਾ ਜੀ। ਉੱਥੇ ਬਾਬੇ ਬਲਵੰਡ ਤੇ ਬਾਬੇ ਸੱਤੇ ਦਾ ਨਾਮ ਆਏਗਾ। ਜਦੋਂ ਤੁਸੀਂ ਰਾਮਕਲੀ ਸੱਦ ਪੜ੍ਹੋਗੇ ਬਾਬੇ ਸੁੰਦਰ ਵਾਲੀ, ਉੱਥੇ ਵੀ ਕਹਿ ਨਾਨਕ ਨਹੀਂ ਆਏਗਾ, ਲਾਸਟ 'ਚ ਕੀ ਆਏਗਾ ਜੀ? ਕਹਿ ਸੁੰਦਰ ਆਏਗਾ। ਕਿਉਂ? ਇੱਥੋਂ ਕਲੀਅਰ ਹੋ ਗਿਆ ਕਿ ਇਹ ਬਾਣੀ ਇਹਨਾਂ ਦੀ ਹੈ, ਬਾਬਾ ਸੱਤੇ ਤੇ ਬਾਬੇ ਬਲਵੰਡ ਤੇ ਬਾਬੇ ਸੁੰਦਰ ਦੀ ਹੈ। ਪਰ ਜਦੋਂ ਤੁਸੀਂ ਭਾਈ ਮਰਦਾਨੇ ਵਾਲੇ ਸ਼ਲੋਕਾਂ ਨੂੰ ਪੜ੍ਹਦੇ ਹੋ, ਉੱਥੇ ਹੇਠਾਂ ਜਾ ਕੇ ਪੜ੍ਹਿਓ, 3 ਸ਼ਲੋਕਾਂ ਦੇ ਵਿੱਚੋਂ 3 ਵਾਰੀ ਹੇਠਾਂ ਨਾਨਕ ਸ਼ਬਦ ਆਏਗਾ। ਜਿੱਥੇ ਨਾਨਕ ਸ਼ਬਦ ਦੀ ਮੋਹਰ ਹੋ ਗਈ, ਉੱਥੋਂ ਕਲੀਅਰ ਹੋ ਗਿਆ ਕਿ ਇਹ ਸ਼ਬਦ ਬਾਬੇ ਮਰਦਾਨੇ ਦੇ ਨਹੀਂ ਹੈ। ਇਹਨਾਂ ਨੂੰ ਸੰਬੋਧਨ ਕਰਕੇ ਕਹਿ ਲਓ, ਇਹ ਸ਼ਬਦ ਗੁਰੂ ਨਾਨਕ ਨੇ ਸਾਡੀ ਝੋਲੀ 'ਚ ਪਾਏ ਨੇ, ਪਰ ਇਹ ਸ਼ਬਦ ਭਾਈ ਮਰਦਾਨੇ ਦੇ ਨਹੀਂ। ਜੇ ਭਾਈ ਮਰਦਾਨੇ ਦੇ ਇਹ ਸ਼ਬਦ ਨਹੀਂ, ਇਹ ਭਾਈ ਮਰਦਾਨੇ ਦੀ ਬਾਣੀ ਨਹੀਂ, ਫਿਰ ਸਾਡੇ ਕੋਲ ਟੋਟਲੀ 35 ਮਹਾਂਪੁਰਸ਼ਾਂ ਦੀ ਬਾਣੀ ਰਹਿ ਜਾਏਗੀ। ਠੀਕ ਹੈ ਜੀ? ਇੰਨਾ ਕਲੀਅਰ ਹੋ ਗਿਆ ਜੀ। ਹੁਣ ਅੱਗੇ ਚੱਲੀਏ ਜੀ। ਚਲੋ ਅੱਗੇ ਚੱਲਦੇ ਆਪਾਂ ਹੁਣ। ਪਰ ਇਹ ਮੈਂ ਗੱਲ ਜ਼ਰੂਰ ਕਹੂੰਗਾ ਜੀ, ਜੇ ਅਸੀਂ ਹਾਲੇ ਕੱਚੇ ਆ ਨਾ ਇਹਨਾਂ ਚੀਜ਼ਾਂ ਤੋਂ, ਫਿਰ ਸਾਡਾ ਬਹੁਤ ਕਸੂਰ ਹੈ ਜੀ। ਬੁੱਧਵਾਰ ਦੀ ਨਾ ਕਲਾਸ ਲੱਗਦੀ ਹੈ ਜੀ ਪਹਿਲਾਂ, ਹੁਣ ਤਾਂ ਚਲੋ ਔਨਲਾਈਨ ਲੱਗਦੀ ਹੈ, ਤੇ ਪਹਿਲਾਂ ਡਿਸਪੈਂਸਰੀ ਵਿੱਚ ਵੀ ਲੱਗਦੀ ਸੀ। ਉੱਥੇ ਰੋਜ਼ ਕਿਸੇ ਨਾ ਕਿਸੇ ਨੇ ਵਿਸ਼ਾ ਤਿਆਰ ਕਰਕੇ ਬਹਿਣਾ ਕਿ ਅੱਜ ਤੂੰ ਬੋਲਣਾ ਭਰਾ, ਅੱਜ ਭੈਣ ਤੈਂ ਬੋਲਣਾ ਹੈ।
ਉੱਥੇ ਅਸੀਂ ਸੀਮਤ ਜੇ ਬੰਦੇ ਰਹਿ ਗਏ ਜੀ 2 4 6 7 8। ਉਹ ਅਸੀਂ ਜਾਂ ਫਿਰ ਇਹ ਸਮਝ ਲਿਆ ਕਿ ਇਹ ਕਿਸੇ 4 ਪਰਿਵਾਰਾਂ ਦੀ ਕਲਾਸ ਹੈ ਜੀ, ਜਾਂ ਜੀ ਇਹ ਮਿਸ਼ਨਰੀਅਰ ਦੀ ਕਲਾਸ ਹੈ। ਨਾ ਉਹ ਕਿਸੇ ਪਰਿਵਾਰ ਦੀ ਕਲਾਸ ਹੈ ਜੀ, ਨਾ ਕੋਈ ਮਿਸ਼ਨਰ ਦੀ ਕਲਾਸ ਹੈ ਜੀ। ਉਹ ਬਾਬੇ ਨਾਨਕ ਦੇ ਸਿਧਾਂਤ ਦੀ ਕਲਾਸ ਹੈ। ਉੱਥੇ ਕਿਸੇ ਨੂੰ ਅਸੀਂ ਮਨਾ ਥੋੜ੍ਹੀ ਕੀਤਾ, ਸਾਰੇ ਆਓ। ਤੁਸੀਂ ਆਵਾਜ਼ ਤਾਂ ਦਿਓ, ਆਪਾਂ ਇੱਥੇ ਬੁੱਧਵਾਰ ਕਿਹਾ, ਆਪਾਂ ਤੁਸੀਂ 1 ਹਫ਼ਤਾ ਜਾਂ 2 ਹਫ਼ਤੇ ਬਾਅਦ ਇੱਥੇ ਰੱਖ ਲਓ ਕਲਾਸ ਗੁਰਦੁਆਰੇ, ਕਿ ਅਸੀਂ ਸਿੱਖਣਾ ਚਾਹੁੰਦੇ ਹਾਂ ਜੀ। ਸਿੱਖਣ ਦੀ ਚਾਹਨਾ ਪੈਦਾ ਕਰੋ, ਨਹੀਂ ਤਾਂ ਗੱਡੀ ਚੱਲਦੀ ਹੈ ਅਤੇ ਚੱਲੀ ਜਾਣੀ ਹੈ। ਨਿਤਨੇਮ ਹੋ ਰਿਹਾ, ਬਾਣੀ ਸੁਣ ਹੋ ਰਿਹਾ, ਪ੍ਰਸ਼ਾਦ ਮਿਲ ਰਿਹਾ, ਲੰਗਰ ਚੱਲ ਰਿਹਾ, ਚੱਲੀ ਜਾਣਾ। ਪਰ 400 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਪ੍ਰਕਾਸ਼ ਦਿਹਾੜੇ ਨੂੰ, ਜਿਹਨੂੰ ਗੁਰੂ 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 ਕਹੀ ਜਾਂਦੇ ਹੋ, ਉਹਦੇ ਬਾਰੇ ਕਿੰਨੀ ਕੁ ਨੌਲੇਜ ਆ, ਇਸ ਗੱਲ ਦੀ ਵਿਚਾਰ ਕਰਨੀ ਬੜੀ ਔਖੀ ਹੈ। ਚਲੋ ਜੀ ਅੱਗੇ ਚੱਲਦੇ ਹਾਂ। ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਅੰਦਰ ਕਿੰਨੀਆਂ ਵਾਰਾਂ ਹੈ ਜੀ, ਕਿਸੇ ਨੂੰ ਪਤਾ ਆ? ਵਾਰਾਂ ਕਿੰਨੀਆਂ ਜੀ? ਬੜਾ ਔਖਾ ਹੈ ਜੀ। ਇਹ ਤੁਸੀਂ ਲਾ ਲਓ ਕਥਾ ਨਹੀਂ ਹੋ ਰਹੀ, ਹਜੇ ਕਲਾਸ ਲੱਗ ਰਹੀ ਹੈ, ਪਰ ਔਖਾ ਹੈ ਜੀ। ਥੋੜ੍ਹਾ ਜਿਹਾ ਵਿਚਾਰੋ, ਸਮਝੋ। ਜੇ 1 ਮਿੰਟ ਥੋੜ੍ਹੀ ਜਿਹੀ ਗੱਲ ਕਰਨ ਲੱਗਾ ਜੀ, ਆਹ ਬੀਜੇ ਬੈਠੇ ਹਰਪ੍ਰੀਤ ਸਿੰਘ ਜੀ, ਇਹ ਬੜੇ ਚਿੰਤਕ ਨੇ ਆਪਣੀ ਕੌਮ ਦੇ ਲਈ, ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਹੁਣ ਤੁਹਾਨੂੰ ਨਹੀਂ ਪਤਾ ਜੀ, ਮੈਨੂੰ ਵੀ ਨਹੀਂ ਪਤਾ, ਮੰਨ ਲਓ ਮੈਂ ਵੀ ਤੁਹਾਡੇ ਵਰਗਾ ਹੀ ਹਾਂ। ਜੇ ਆਪਾਂ ਨੂੰ ਨਹੀਂ ਪਤਾ, ਆਪਾਂ ਆਪਣੇ ਬੱਚਿਆਂ ਨੂੰ ਕੀ ਦੱਸਾਂਗੇ ਜੀ? 1 ਮਿੰਟ ਵਾਸਤੇ ਗੱਲ ਸੱਚ, ਆਪਾਂ ਆਪਣੇ ਤੁਸੀਂ ਬੱਚੇ ਨੂੰ ਤਾਂ ਕਹਿ ਰਹੇ ਕਿ ਤੂੰ ਕਲਾਸਾਂ ਚੱਲ, ਤੂੰ ਕਲਾਸਾਂ ਚੱਲ, ਤੂੰ ਪੜ੍ਹ ਬਾਣੀ, ਤੈਨੂੰ ਕੀ ਪਤਾ ਭਾਈ? ਬੱਚਾ ਕਹੇ ਮਾਂ ਤੂੰ ਦੱਸ ਮੈਨੂੰ। ਹੁਣ ਖਤਮ ਹੋ ਗਿਆ ਨਾ, ਆਪਾਂ ਮੰਨ ਲਓ ਇੱਥੇ ਆ ਕੇ ਆਪਣੀ ਜਿਹੜੀ ਹੁਣ ਤੁਸੀਂ ਜਿੰਨੇ ਬੈਠੇ ਹੋ, ਮੰਨ ਲਓ ਆਪਾਂ ਨੂੰ ਨੌਲੇਜ ਨਹੀਂ, ਆਪਾਂ ਆਪਣੇ ਬੱਚਿਆਂ ਦੀ ਝੋਲੀ ਕੀ ਪਾਉਂਗੇ? ਮੰਨ ਲਓ ਮੇਰੇ ਕੋਲ 100 ਦੇ ਵਿੱਚੋਂ 70 ਗੱਲਾਂ ਹੈਗੀਆਂ ਜੀ, ਜਿੰਨੇ ਤੁਸੀਂ ਬੈਠੋ ਸਾਰੇ 70 ਰਹਿ ਗਈਆਂ। 70 ਦੇ ਵਿੱਚ ਤੁਸੀਂ 70 ਤੋਂ 71 ਨਹੀਂ ਕਰ ਰਹੇ, 70 ਖੜਾ ਲਈਆਂ। 70 ਜੋ ਬੜੇ ਬੱਚਿਆਂ ਨੂੰ ਕੀ ਦਿਓਗੇ ਅੱਗੇ? ਘਟਣੀ ਘਟਦੀ ਜਾਣੀ ਹੈ ਜੀ। ਤੁਸੀਂ ਇਹ ਸੋਚੋ ਫਿਰ ਰਿਜ਼ਲਟ ਕਿੱਡਾ ਮਾੜਾ ਆ। ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਪੜ੍ਹੇਗਾ ਜੀ? ਗੁਰੂ ਗ੍ਰੰਥ ਸਾਹਿਬ, ਹਲੇ ਮੈਂ ਬਾਣੀ ਦੀ ਰੂਹਾਨੀਅਤ ਜਾਂ ਅਰਥਾਂ ਦੀ ਗੱਲ ਨਹੀਂ ਕੀਤੀ ਹੈ ਜੀ। ਉਹ ਵੀ ਜੇ ਆਪਾਂ ਉਹਦੇ ਪਰ ਵੀ ਬਹਿ ਜਾਈਏ ਨਾ ਜੀ, ਉਹ ਵੀ ਪਤਾ ਨਹੀਂ ਕਿ ਹਲੇ ਮੇਰੀ ਗੱਲ ਚੱਲਦੀ ਸੀ ਕਿ ਮੇਰੇ ਮਨ 'ਚ ਮੈਂ ਵੀਰ ਜੀ ਨੂੰ ਬੇਨਤੀ ਕਰਨੀ ਹੈ ਕਿ ਇਸ ਵਾਰੀ ਗੁਰੂ ਨਾਨਕ ਬਾਬੇ ਦੇ ਪ੍ਰਕਾਸ਼ ਦਿਹਾੜੇ ਨੂੰ ਸੰਗਤ ਸੰਜੋਗ ਬਖਸ਼ੇ। ਸੁਣੋ ਜੀ, ਮੈਂ ਸ਼ਬਦ ਵਰਤਿਆ, ਜੇ ਸੰਗਤ ਸੰਜੋਗ ਬਖਸ਼ੇ ਤੇ ਆਸਾ ਦੀ ਵਾਰ ਪੂਰੀ ਕਰ ਲਈਏ, ਮੇਰਾ ਬੜਾ ਮਨ ਹੈ ਜੀ। ਪੜ੍ਹੀਓ ਜਾ ਰਹੇ ਹਾਂ, ਸੁੱਤੇ ਪਏ ਹੁੰਦੇ ਉਦੋਂ ਆਪਾਂ, ਜਦੋਂ ਆਸਾ ਦੀ ਵਾਰ, ਅਗਲੇ ਬੜੇ ਸਕੀਮੀ ਨਿਕਲੇ ਕਿ ਠੀਕ ਹੈ ਇਹ ਸੁੱਤੇ ਪਿਆ, ਤੁਸੀਂ ਆਪਣੀ ਗੱਲਾਂ ਕਰਕੇ ਨਿਕਲ ਜਾਓ। ਉੱਠੇ ਉੱਧਰ ਆਸਾ ਦੀ ਵਾਰ ਦਾ ਭੋਗ ਪੈ ਗਿਆ। ਚਲੋ ਜੀ, ਪਰ ਸਮਝੋ ਜੀ ਅਸੀਂ ਖੜੇ ਕਿੱਥੇ ਹਾਂ? ਚਿੰਤਕ ਕਿੰਨੇ ਆਪਣੀ ਕੌਮ ਲਈ, ਸਾਡੇ ਆਪਣੇ ਬੱਚਿਆਂ ਦੀ ਝੋਲੀ ਕੀ ਪਾ ਰਹੇ? 22 ਵਾਰਾਂ ਜੀ ਗੁਰੂ ਗ੍ਰੰਥ ਸਾਹਿਬ 'ਚ। ਕਿੰਨੀਆਂ ਵਾਰਾਂ ਜੀ? 22। ਸੰਦੀਪ ਆਂਟੀ ਹੱਸਦੀ ਆ, ਪਤਾ ਹੋਣਾ ਕਿ ਮੈਨੂੰ ਪਤਾ ਸੀ ਕਿ ਮੈਂ ਬੋਲੀ ਨਹੀਂ ਹੈਗੀ। ਬੋਲੋ, ਉਹਨੂੰ ਇੱਥੇ ਖੋੜੀ ਬਿਠਾ ਰਹੇ, ਉੱਥੇ ਬਿਠਾ ਕੇ ਪੁੱਛ ਰਹੇ, ਬੋਲੋ ਭਾਈ ਕਿ ਆਹ 12 ਇੰਨੀਆਂ ਹੈ। ਤੇ ਹੁਣ ਕਿਹੜੇ ਕਿਹੜੇ ਗੁਰੂ ਦੀ ਕਿੰਨੀ ਕਿੰਨੀ ਵਾਰ ਆ ਜੀ? ਇਹ ਨਹੀਂ ਪਤਾ ਹੋਣਾ ਨਾ। ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ 3 ਵਾਰਾਂ ਜੀ। ਕਿੰਨੀਆਂ ਵਾਰਾਂ ਜੀ? 3। ਗੁਰੂ ਅੰਗਦ ਦੇਵ ਪਾਤਸ਼ਾਹ ਦੀ ਕਿੰਨੀਆਂ ਜੀ? ਹਾਂਜੀ, ਹੱਥ ਖੜਾ ਕਰਿਓ। ਮੈਂ ਇੱਕ ਤੁਹਾਨੂੰ 2 ਦਊਂਗਾ ਜੀ ਆਪਸ਼ਨਾਂ, 2 'ਚ 1 ਦੱਸ ਦਿਓ, 2 ਜਾਂ 4। ਹਾਂਜੀ, ਆਪਸ਼ਨ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਵਾਰਾਂ 2 ਨੇ ਕਿ 4 ਨੇ ਜੀ? ਇੱਕ ਬੰਦਾ ਤਾਂ ਹੱਥ ਖੜੋ, ਮੇਰੀ ਮਿਹਨਤ ਦਾ ਸਫਲਾ ਕਰੋ। ਇੱਕ ਬੰਦਾ ਹੱਥ ਖੜਾ ਕਰੋ, ਮੈਨੂੰ ਪਤਾ 2 ਕਿ 4 ਜੀ ਬੋਲਿਓ, ਇੱਕ ਬੰਦਾ ਹੱਥ ਖੜਾ ਕਰਿਓ। ਹਾਂਜੀ, ਲਓ ਜੀ, ਮੈਂ ਕੱਲ੍ਹ ਇੱਥੇ ਬੈਠਾ ਮੱਥਾ ਮਾਰੀ ਗਿਆ, ਗੁਰੂ ਅੰਗਦ ਦੇਵ ਪਾਤਸ਼ਾਹ ਦੀ ਕੋਈ ਵਾਰ ਨਹੀਂ ਹੈਗੀ। ਮੈਨੂੰ ਵੀ ਗਲਤ ਕਰੋ ਨਾ ਕਿ ਤੁਸੀਂ ਗਲਤ ਹੋ ਭਾਈ ਸਾਹਿਬ, ਇਹ ਤਾਂ ਸਵਾਲ ਹੀ ਨਹੀਂ ਬਣਦਾ, ਨਾ ਆਪਸ਼ਨਾਂ ਬਣਦੀਆਂ। ਸੁਣੋ ਜੀ ਗੱਲ, ਅੱਗੇ ਸੁਣਿਓ ਹੁਣ। ਗੁਰੂ ਅੰਗਦ ਦੇਵ ਪਾਤਸ਼ਾਹ ਦੀ ਕੋਈ ਵਾਰ ਨਹੀਂ, ਬਾਬੇ ਨਾਨਕ ਦੀਆਂ 3 ਵਾਰਾਂ, ਗੁਰੂ ਅਮਰਦਾਸ ਪਾਤਸ਼ਾਹ ਦੀਆਂ 4 ਵਾਰਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀਆਂ 8 ਵਾਰਾਂ ਨੇ ਜੀ, ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ 6 ਵਾਰਾਂ। ਹੁਣ ਟੋਟਲ ਕਰ ਲਓ ਜੀ, 3 ਤੇ 4 ਕਿੰਨੇ ਬਣ ਗਏ ਜੀ? 7। 7 ਤੇ 8 ਕਿੰਨੇ ਹੋ ਗਏ ਜੀ? 15। ਤੇ 15 ਤੇ 6 ਕਿੰਨੇ ਹੋ ਗਏ ਜੀ? ਤੇ ਮੈਂ ਤਾਂ 22 ਕਿਹਾ, ਕਿਹੜੀ ਘਟ ਗਈ ਜੀ? 1। ਬੋਲੋ ਜੀ ਹੁਣ ਤਾਂ ਬੋਲੋ, ਹੁਣ 1 ਮਿੰਟ ਪਹਿਲੇ ਹੀ ਬੋਲ ਕੇ ਹਟਿਆ ਜੀ। ਫਟਾਫਟ ਨੀਤੂ ਨੇ ਹੱਥ ਖੜਾ ਕਰਤਾ, ਸ਼ਾਬਾਸ਼। ਲਓ ਜੀ,
ਇੱਕ ਵਾਰ ਕਿਹਦੀ ਘਟ ਗਈ ਜੀ? ਭਾਈ ਸੱਤਾ ਤੇ ਭਾਈ ਬਲਵੰਡ ਜੀ ਦੀ। ਉਹਨਾਂ ਦੀ ਵਾਰ ਹੈ, ਗੁਰੂ 'ਚ ਖੁੜੀ ਆਏਗੀ ਨਾ, ਸਿੱਖਾਂ 'ਚ ਆਏਗੀ। ਇਹ 22-12 ਹੋ ਗਈਆਂ ਜੀ, 22-12 ਹੋ ਗਈਆਂ ਨਾ। ਤੇ ਸੰਗਤ ਜੀ 22-12 ਜੀ, ਤੁਸੀਂ 12 ਦਾ ਅਸਲੀ ਸਰੂਪ ਦੇਖਣਾ, ਉਹ ਨੇ ਪੌੜੀਆਂ। ਹੁਣ ਇਹ ਦੱਸੋ ਜੀ 22-12 ਵਿੱਚੋਂ, ਚਲੋ ਮੈਂ ਥੋੜਾ ਨੇੜੇ ਕਰ ਦਿੰਦਾ ਕਿ 2 ਵਾਰਾਂ ਐਸੀਆਂ ਨੇ ਜਿਹੜੀਆਂ ਕੱਲੀਆਂ ਪੌੜੀਆਂ ਨੇ, ਉਹਨਾਂ ਨਾਲ ਸ਼ਲੋਕ ਨਹੀਂ ਲੱਗੇ ਹੋਏ ਜੀ। ਹੱਥ ਖੜਾ ਕਰੋ। ਮਨਿੰਦਰ ਭਾਜੀ, ਹਾਂਜੀ ਭਾਜੀ। ਇੱਕ ਤਾਂ ਆਪਾਂ ਵਾਰ-ਵਾਰ ਚੌਥੀ ਵਾਰੀ ਨਾਮ ਲੈ ਲਿਆ, ਭਾਈ ਸੱਤਾ ਤੇ ਭਾਈ ਬਲਵੰਡ ਜੀ ਦਾ। ਇਹਨਾਂ ਦੀ ਵਾਰ ਦੇ ਨਾਲ ਕੱਲੀਆਂ ਪੌੜੀਆਂ ਨੇ, ਸ਼ਲੋਕ ਦਰਜ ਨਹੀਂ ਹੈਗੇ। ਦੂਜੀ ਕਿਹਦੀ ਹੈ ਜੀ? ਹਾਂ, ਬਸੰਤ ਕੀ ਵਾਰ। ਠੀਕ ਹੈ ਜੀ, ਬਸੰਤ ਕੀ ਵਾਰ ਨੂੰ ਵੀ ਕੋਈ ਸ਼ਲੋਕ ਨਹੀਂ ਹੈਗੇ ਜੀ। ਹੁਣ ਇੱਕ ਮੈਂ ਭੁੱਲ ਗਿਆ, ਮੇਰੇ ਫੋਨ ਦੇ ਵਿੱਚ ਸੀਗਾ ਉਹ, ਤੇ ਕਿੰਨੀਆਂ ਵਾਰਾਂ ਦੇ ਨਾਲ ਸ਼ਲੋਕ ਆਏ ਹੋਏ ਆ ਜੀ। ਚਲੋ ਨੇੜੇ ਕਰ ਦਿੰਦਾ ਜੀ। ਆਸਾ ਦੀ ਵਾਰ ਵਿੱਚ ਇੱਕ ਸ਼ਲੋਕ ਆਇਆ, ਮਾਫ ਕਰਿਓ, ਇੱਕ ਰਾਹੋ ਦੀ ਪੰਕਤੀ ਆਈ ਆ, ਉਹ ਕਿਹੜੀ ਹੈ ਜੀ? ਹਾਂਜੀ, ਇੱਕੋ ਹੱਥ ਖੜਾ ਆ, ਅੱਗੇ ਚਲੋ ਜੀ। ਹੋਰ ਹਾਂਜੀ, ਪੂਰੀ ਕਰੋ ਜੀ ਪੰਕਤੀ। ਨਹੀਂ 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 ਜੀਵਨ ਭਾਜੀ, ਗਲਤ ਹੋ ਗਏ ਤੁਸੀਂ ਵੀ। ਹਾਂਜੀ, ਉਹ ਭਾਈ ਰੋਜ਼ ਪੜ੍ਹਦੇ ਹੋ, ਬਲਿਹਾਰੀ ਕੁਦਰਤ ਵਸਿਆ। ਇਹ ਸ਼ਲੋਕ ਦਾ ਰਹਾਉ ਨਹੀਂ ਗਾ, ਆਸਾ ਦੀ ਵਾਰ ਦਾ ਰਹਾ। ਅੱਗੇ ਪੜ੍ਹੋ ਜੀ ਪੰਕਤੀ ਪੂਰੀ। ਬਲਿਹਾਰੀ ਤੇਰਾ ਅੰਤ ਨਾ ਜਾਈ ਲੱਗਿਆ, ਪੜ੍ਹਦੇ ਆ ਨਾ ਜੀ ਆਪਾਂ। ਅੱਗੇ ਇੱਕ ਆਉਂਦਾ ਯਾਰ, ਰਾਮਕਲੀ ਕੀ ਵਾਰ ਮਹਿਲਾ ਤੀਜਾ, 947 ਅੰਗ ਤੇ ਆ। ਉਹ ਮੇਰੀ ਪੰਕਤੀ ਯਾਦ ਨਹੀਂ ਆ ਰਹੀ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਉਹਦੀ ਰਹਾਓ। ਇਹ ਦੂਜਾ ਸ਼ਲੋਕ ਵਾਰ ਦਾ ਇਹ ਹੈ ਜੀ। 22-12 ਦੇ ਵਿੱਚੋਂ 2 ਵਾਰਾਂ ਦੇ ਉੱਤੇ ਰਹਾਓ ਨੇ, 9 ਵਾਰਾਂ ਉੱਤੇ ਧੁਨੀਆਂ ਦਰਜ ਹੈ ਜੀ। 9 ਵਾਰਾਂ ਉੱਤੇ ਧੁਨੀਆਂ ਦਰਜ ਹੈ ਜੀ। ਪਹਿਲਾਂ ਤਾਂ ਮੇਰਾ ਮਨ ਸੀ ਕਿ 4 ਦਿਨ ਪਰ ਧੁਨੀਆਂ ਹੀ ਬੋਲਦੀ। ਵੈਸੇ ਮੈਂ YouTube 'ਤੇ ਪਾ ਦਿੱਤੀਆਂ ਜੀ 9 ਧੁਨੀਆਂ। ਫੇਸਬੁੱਕ 'ਤੇ ਵੀ ਮੇਰੇ ਪੇਜ 'ਤੇ ਪੈ ਚੁੱਕੀਆਂ ਨੇ 9 ਧੁਨੀਆਂ ਦਾ ਇਤਿਹਾਸ। ਅਸੀਂ ਪੜ੍ਹ, ਚਲੋ ਆਸਾ ਦੀ ਵਾਰ ਤਾਂ ਆਪ ਨੂੰ ਯਾਦ ਆ, ਤੁਸੀਂ ਪੜ੍ਹਦੇ ਹੋ ਨਾ, ਟੁੰਡੇ ਅਸਰਾਜੇ ਕੀ ਧੁਨੀ। ਉਹ ਟੁੰਡਾ ਅਸਰਾਜ ਕੀ ਹੈ? ਅੱਗੇ ਆਏਗਾ ਜੋਧੇ ਵੀਰੇ ਪੁਰਵਾਣੇ ਕੀ ਧੁਨੀ। ਉਹ ਜੋਧਾ ਵੀਰਾ ਕੌਣ ਹੈ? ਅੱਗੇ ਕਾ ਮਲਕ ਮੁਰੀਦ ਚੰਦਰੜਾ ਕੀ ਧੁਨੀ ਗਾਵਣੀ। ਉਹ ਮਲਕ ਮੁਰੀਦ ਕੀ ਹੈ? ਕਿਉਂ ਮਾਲਕ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ 'ਚ ਥਾਂ ਦਿੱਤੀ? ਇਹਨਾਂ ਦੀ ਕੀ ਦੇਣ ਆ ਕੌਮ ਨੂੰ? ਕੀ ਇਹਨਾਂ ਦਾ ਕਰੈਕਟਰ ਹੈ? ਸਤਿਗੁਰ ਨੇ ਇਹਨਾਂ ਦੀ ਗੱਲ ਕਿਉਂ ਕੀਤੀ ਹੈ? ਇਹ 9 ਧੁਨੀਆਂ ਵਾਰਾਂ ਦੀ ਜਾਣਕਾਰੀ ਮਿਲ ਗਈ ਜੀ। 22-12 ਜੀ। ਗੁਰੂ ਨਾਨਕ ਦੀਆਂ ਕਿੰਨੀਆਂ ਜੀ? 3। ਗੁਰੂ ਅਮਰਦਾਸ ਪਾਤਸ਼ਾਹ ਦੀਆਂ 4। ਗੁਰੂ ਰਾਮਦਾਸ ਪਾਤਸ਼ਾਹ ਦੀਆਂ 8 ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ 6 ਤੇ ਭਾਈ ਸੱਤਾ ਤੇ ਭਾਈ ਬਲਵੰਡ ਜੀ